तकबीर अल्लाहु अकबर नारे तकबीर अल्लाहु अकबर अल्लाह दे नौकर अल्लाह दे नौकर अल्लाह दे नौकर अल्लाह दे नौकर अल्लाहु अकबर अल्लाहु अकबर। ਹੁਣ ਰਾਣਾ ਸਾਹਿਬ ਨੇ ਕਿਹਾ ਜੀ ਕੁਝ ਐਸੇ ਵੀ ਨੇ ਜਿਹੜੇ ਤੰਗ ਹੋ ਗਏ ਨੇ ਖਾਦਾਂ ਤੋਂ ਤੇ ਹੁਣ ਖਾਦ ਖਰੀਦ ਕੇ ਦੇ ਰਹੇ ਆ ਨਾ, ਮੇਰੀ ਖਾਦ ਤੇ ਨਹੀਂ ਲਾਇਆ। ਕਿਉਂ? ਕਿ ਤੁਸੀਂ ਸੂਦ ਤੋਂ ਬਚ ਜਾਓ। ਇਹ ਕਿ ਸ਼ੁਰੂ ਕੀਤਾ ਕਿ ਤੁਸੀਂ ਸੂਦ ਤੋਂ ਬਚ ਜਾਓ। ਅੱਛਾ, ਜਿਹੜਾ ਉਹ ਰਾਣਾ ਸਾਹਿਬ ਨੇ ਜਿਵੇਂ ਦੱਸਿਆ ਕਿ ਉਹਨਾਂ ਸੇ ਖਾਦ ਇੱਕ ਨੰਬਰ ਲੈਣੀ ਮੁਸ਼ਕਲ ਹੈ, ਤੇ ਮੈਂ ਫਿਰ ਰਾਣਾ ਸਾਹਿਬ ਨੂੰ ਕਿਹਾ ਕਿ ਤੁਸੀਂ ਖਾਦ ਜਿਹੜੀ ਹੈ ਨਾ ਇੱਕ ਨੰਬਰ ਜਿੱਥੋਂ ਮਿਲਦੀ ਉੱਥੋਂ ਲੈ ਲੈਣਾ ਤੇ ਉਹਦੇ ਪੈਸੇ ਮੈਂ ਤੁਹਾਨੂੰ ਦੇ ਦਿਆਂਗਾ। ਠੀਕ ਹੈ ਨਾ ਜੀ? ਹਾਂਜੀ, ਫੌਜੀ ਫਰਟੀਲਾਈਜ਼ਰ ਵਾਲਿਆਂ ਦੀ ਜਿਹੜੀ ਖਾਦ ਹੈ ਨਾ, ਦਿਖਾਓ। ਇਹ ਵੀ ਇਹਨਾਂ ਨਾਲ ਦੇ ਰਹੇ ਆ, ਨਾਲ ਫਾਤਮਾ ਫਰਟੀਲਾਈਜ਼ਰ ਦੇ 5 ਬੈਗ। ਹਾਂਜੀ, ਇਹ ਫਾਤਮਾ ਲਈ ਵੀ ਹੈ ਸਾਡਾ, ਕਿਉਂਕਿ ਸਾਡਾ ਖਾਦ ਵਾਲਿਆਂ ਨਾਲ ਕਿਸੇ ਸਾਸੀ ਦੇ ਜ਼ਮੀਨ ਨੂੰ ਸਹੀ ਕਰ ਰਹੇ ਜ਼ਮੀਨ ਤੇ ਜਿਹੜੀ ਵੀ ਅੱਛੀ ਕੰਪਨੀ ਦੀ ਖਾਦ ਹੋਏ ਉਹਨੂੰ ਇਸਤੇਮਾਲ ਕਰੋ ਤੇ ਆਪਣੇ ਰਿਜ਼ਲਟ ਲਓ। ਕਿਉਂਕਿ ਲੀਫ ਨਾ ਤਿਆਰ ਹੋਈ ਹੈ, ਪੱਤੇ ਨਾ ਤੁਸੀਂ ਦੇਖ ਲਓ, ਪੱਤੇ ਉਹ ਵੇਖ ਲਓ ਨਾ ਉੱਤੇ ਵੇਖਦੇ ਪਏ ਹੋ, ਤੇ ਇਹ ਪੱਤੇ ਸਬਜ਼ ਗੁੰਮਤ ਤੋਂ ਚੱਲ ਰਹੇ ਨੇ ਮੇਰੇ। ਠੀਕ ਹੈ ਨਾ ਜੀ? ਤੇ ਜਿਹੜੀ ਸਟਿਕ ਹੈ ਉਹ ਨਬੀਆਂ ਦਾ ਸ਼ੇਵਾ ਹੈ, ਉਹ ਲਾ ਕੇ ਉਹਨੂੰ ਫੜ ਕੇ ਝੂਠ ਨਾ ਬੋਲੋ, ਪਾਣੀ ਚੋਰੀ ਨਾ ਕਰੋ, ਬੇਈਮਾਨੀ ਨਾ ਕਰੋ, ਹੱਕ ਔਰ ਸੱਚ ਤੇ ਮਾਲਕ ਦੇ ਹਵਾਲੇ ਕਰ ਦਿਓ ਤੇ ਵੇਖੋ ਕੀ ਬਣਦਾ। ਮੇਰੀ ਸਿਰਫ ਉਹਨਾਂ ਅੱਗੇ ਇੱਕ ਹੀ ਰਿਕੁਐਸਟ ਹੈ ਕਿ ਅਗਰ ਤੁਸੀਂ ਵੱਧ ਜਾਂਦੇ ਹੋ ਤੇ ਚੁੱਪ ਕਰਕੇ ਇੱਥੇ ਨਾ ਅੱਲਾ ਦੇ ਦਿੱਤੇ ਚੋਂ ਇੱਥੇ ਲਿਆ ਕੇ ਰੱਖ ਦੇਣਾ, ਜਿਹੜਾ ਕਿ ਤੁਹਾਡੇ ਪਿੰਡ ਤੁਹਾਡੇ ਹੱਥੀ ਵੰਡਦੇ ਆ ਜੀ। ਔਰ ਉਹ ਵੀ ਮੁਰਸ਼ਿਦ ਜੀ ਇੱਥੇ ਜ਼ਰੂਰਤਮੰਦ ਨੂੰ ਤਕਸੀਮ ਕਰਕੇ ਜਾਣਗੇ, ਲੈ ਕੇ ਉਹ ਵੀ ਨਹੀਂ ਜਾਂਦੇ। ਦੇਖੋ ਨਾ, ਤੁਹਾਡਾ ਹੀ ਪਿੰਡ ਹੈ ਨਾ, ਸਾਰਾ ਕੁਝ ਦੇਖਿਆ। ਮੈਂ ਕਹਿ ਰਿਹਾ ਜਦੋਂ ਮਾਲਕ ਦੇਗਾ ਜੋ ਤੁਹਾਡਾ ਦਿਲ ਕਰੇ, ਤੁਸੀਂ ਕਹੋਗੇ ਕਿ ਇਹ ਹੱਕ ਬਣਦਾ। ਫਰਕ ਤੁਸੀਂ ਦੇਖ ਲੈਣਾ ਆਪਣੀ ਨਾਲ ਵਾਲੀ ਪੈਲੀ ਨਾਲ ਵੀ, ਖੱਬੇ ਸੱਜੇ ਵਾਲੀ ਪੈਲੀ ਨਾਲ ਵੀ, ਤੇ ਤੁਸੀਂ ਆਰਾਮ ਨਾਲ ਇੱਥੇ ਚੇਅਰਮੈਨ ਸਾਹਿਬ ਕੋਲ ਜਮਾ ਕਰਾ ਦੇਣਾ। ਇੱਥੇ ਹੀ ਅਸੀਂ ਫਿਰ ਗੰਦਮ ਦੇ ਇਕੱਠੇ ਹੋਵਾਂਗੇ, ਇੱਥੇ ਤਕਸੀਮ ਕਰ ਦਿਆਂਗੇ। ਕਿਉਂ ਜੀ? ਖਾਣੇ ਵੰਡਦਾ ਸੀ ਨਾ, ਰਾਸ਼ਨ ਖਾਣਾ, ਇਹ ਉਹ ਅਨਾਜ, ਠੀਕ ਹੈ, ਆਪਣੀ ਸਲਤਨਤ ਦੇ ਲੋਕਾਂ ਨੂੰ ਦਿੰਦਾ। ਤੇ ਉਹਨੂੰ ਪਤਾ ਸੀ ਕਿ ਰੱਬ ਮੈਨੂੰ ਕੁਛ ਨਹੀਂ ਕਹੇਗਾ, ਮੈਨੂੰ ਵੰਡਣ ਦਿਓ, ਮੈਂ ਜੋ ਮਰਜ਼ੀ ਕਰਨਾ। ਤੇ ਜਿਸ ਦਿਨ ਉਹਨੇ ਵੰਡਣਾ ਬੰਦ ਕੀਤਾ ਤੇ ਖਿੱਚਿਆ ਗਿਆ ਸਾਰਾ ਕੁਝ। ਤੇ ਅੱਲਾ ਦਾ ਨਾਮ ਜਦੋਂ ਆਏ ਨਾ, ਹੱਥ ਖੜੇ ਕਰਕੇ ਲਿਆ ਕਰੋ ਕਿ ਤੁਹਾਡੀ ਪਾਵਰ ਫੀਲ ਹੋਏ ਕਿ ਤੁਸੀਂ ਵਾਕਈ ਅੱਲਾ ਦੇ ਨੌਕਰ ਔਰ ਅੱਲਾ ਦੇ ਬੰਦੇ ਹੋ। ਉੱਥੇ ਸ਼ਰਮਾਇਆ ਨਾ ਕਰੋ, ਕਿਉਂਕਿ ਸ਼ੈਤਾਨ ਜਿਹੜਾ ਨਾ ਉਹ ਫਿਰ ਵੇਖੇਗਾ ਕਿ ਕਿੰਨਾ ਮਜ਼ਬੂਤ ਕੱਟ ਹੁੰਦਾ ਜਾ ਰਿਹਾ। ਅਸੀਂ ਸ਼ੈਤਾਨ ਨੂੰ ਵੀ ਤਾਂ ਕੱਟਣਾ ਹੈ ਨਾ। ਹਜ਼ੂਰ ਨੇ ਤੇ ਝੂਠੇ ਨੂੰ ਵੇਖਣਾ ਵੀ ਨਹੀਂ। ਹਜ਼ੂਰ ਨੇ ਕਿਹਾ ਨਾ, ਮੈਂ ਨਹੀਂ ਜਾਣਦਾ ਇਹ ਕੌਣ ਨੇ, ਕਿਉਂਕਿ ਹਜ਼ੂਰ ਨੇ ਪਹਿਲੇ ਕਹਿ ਦਿੱਤਾ ਕਿ ਮੇਰੀ ਉਮਤ ਝੂਠੀ ਨਹੀਂ ਹੋ ਸਕਦੀ। ਅਗਰ ਤੁਹਾਡੇ ਬੰਦਿਆਂ ਨੂੰ ਮਾਲਕ ਸੇਧ ਦੇ ਰਿਹਾ ਇਸ ਫਕੀਰ ਦੀ ਦੁਆ ਨਾਲ, ਉਹ ਵੀ ਪੈਸੇ ਤੁਹਾਡੇ ਇੱਥੋਂ ਦੇ ਜ਼ਰੂਰਤਮੰਦ ਹੈ, ਬੇਵਾ ਯਤੀਮਾਂ 'ਚ ਵੰਡ ਗਿਆ ਜੀ। ਬਿਲਕੁਲ ਨਹੀਂ, ਜਿਨ੍ਹਾਂ ਨੂੰ ਸਿਹਤ ਮਿਲੀ ਹੈ 2-3-4 ਹਜ਼ਾਰ ਬੰਦਾ ਤੇ ਹੋ ਗਿਆ ਕਿ ਨਹੀਂ ਹੋਇਆ ਜੀ ਮੁਰਸ਼ਿਦ ਜੀ? ਬਿਲਕੁਲ, ਹਰ ਪ੍ਰੋਗਰਾਮ ਜ਼ਿਆਦਾ ਹੀ ਹੋ ਗਿਆ। ਕਿਸੇ ਕੋ ਪੈਸਾ ਨਹੀਂ ਲਿੱਤਾ ਜੀ, ਪਹਿਲੇ ਕਰਕੇ ਦਿਖਾਇਆ ਕਿ ਮੈਂ ਵਾਕਈ ਅੱਲਾ ਦਾ ਨੌਕਰ ਹਾਂ। ਤੇ ਫਿਰ ਅਗਰ ਮੇਰੇ ਦਿਮਾਗ ਇਹ ਚੀਜ਼ ਬਹਿ ਗਈ ਹੈ ਕਿ ਅੱਲਾ ਨੇ ਸਾਫ਼ ਕਹਿ ਦਿੱਤਾ ਹੈ ਕਿ ਰਿਜ਼ਕ ਓਨਾ ਹੀ ਮਿਲੇਗਾ ਜੋ ਮੈਂ ਲਿਖਿਆ, ਭਾਵੇਂ ਚੋਰੀ ਕਰ, ਭਾਵੇਂ ਝੂਠ ਬੋਲ, ਭਾਵੇਂ ਫਰਾਡ ਕਰ, ਕਿਉਂਕਿ ਮਾਲਕ ਨੇ ਲਿਖ ਦਿੱਤਾ। ਜਿਹੜਾ ਕੋ ਮਾਲ ਪਾਣੀ ਵੀ ਆਉਂਦਾ ਉਹ ਵੀ ਅੱਲਾ ਦੀ ਤਰਫੋਂ ਆ ਰਿਹਾ। ਤੇ ਜਦੋਂ ਸਭ ਕੁਝ ਉਹਦੇ ਕੋਲ ਆ ਰਿਹਾ ਹੈ ਤੇ ਫਿਰ ਨੌਕਰ ਹੋਏ ਨਾ ਜੀ। ਮੈਂ ਅੱਲਾ ਕੋ ਅੱਜ ਤੱਕ ਕਦੀ ਪੈਸਾ, ਦੌਲਤ, ਗੱਡੀ, ਬੰਗਲਾ, ਕਾਰ ਕੁਛ ਨਹੀਂ ਮੰਗਿਆ। ਮੈਂ ਕਿਹਾ ਨੌਕਰੀ ਕਰਨੀ ਹੈ ਸਹੀ, ਮਾਲਕ ਅੱਗੋਂ ਤੂੰ ਜਾਣੇ ਤੇਰਾ ਕੰਮ। ਨੌਕਰ ਬਣਾਂਗਾ ਪੂਰਾ। ਜਦੋਂ ਮੰਗਿਆ ਮਾਲਕ ਕੋਲੋਂ, ਮਾਲਕ ਨੂੰ ਹੀ ਮੰਗਿਆ। ਤੁਹਾਡੇ ਵਾਸਤੇ ਅੱਲਾ, ਮੇਰੇ ਵਾਸਤੇ ਮਾਲਕ। ਤੇ ਜਦੋਂ ਤੁਸੀਂ ਪੱਕੇ ਨੌਕਰ ਹੋ ਗਏ ਨਾ ਤੁਸੀਂ, ਤੇ ਤੁਸੀਂ ਵੇਖਣਾ ਫਿਰ ਕਾਇਨਾਤ ਦੇ ਮਾਲਕ ਦੇ ਕੰਮ ਵੇਖਣਾ ਕਿ ਕਿਵੇਂ ਨਸੀਬ ਬਦਲਦੇ ਨੇ ਤੇ ਕਿਵੇਂ ਕਿਸਮਤ ਬਦਲਦੀ ਹੈ ਤੇ ਕਿਵੇਂ ਦੁਨੀਆ ਬਦਲਦੀ ਹੈ। ਅੱਲਾਹੁ ਅਕਬਰ, ਅੱਲਾਹੁ ਅਕਬਰ, ਅੱਲਾਹੁ ਅਕਬਰ। ਜਦੋਂ ਇੱਥੇ ਰਹਿਣਾ ਹੀ ਨਹੀਂ ਤੇ ਫਿਰ ਕੀ ਕਰਨਾ? ਕਰਕੇ ਭਲਾ ਹੀ ਕਰ ਜਾਓ। ਤੇ ਫਿਰ ਮਾਲਕ ਨੇ ਕਿਹਾ, ਮੈਂ ਉਹਦੀ ਬਰਕਤਾਂ ਦੱਸਾਂ। ਹੁਣ ਉੱਥੇ
ਆਲੂ ਲੱਗੇ ਨੇ, ਕਹਿੰਦੇ ਸ਼ਾਹ ਜੀ ਮੈਂ ਤੁਹਾਨੂੰ ਕੀ ਦੱਸਾਂ, ਵੱਲ ਹੈ ਤੇ ਵੱਧਦੀ ਜਾ ਰਹੀ ਹੈ, ਤੇ ਆਲੂ ਹੈ ਤੇ ਲੱਗਦੇ ਹੀ ਜਾ ਰਹੇ। ਉਹ ਵੀਡੀਓ ਤੁਹਾਨੂੰ ਮੈਂ ਸ਼ੇਅਰ ਕਰਾਂ, ਮੈਂ ਜਾਣਾ ਹੈ। ਤੇ ਜਿਹੜਾ ਥੋੜਾ ਜਿਹਾ ਹੋਰ 2 ਕਿਲੋਮੀਟਰ ਤੇ ਉਹ ਵੀ ਕਹਿੰਦਾ ਕਿ ਕਿਆ ਮੈਂ ਤੇ ਕੀ ਕੀਤਾ, ਤਬਲੀਗ ਤੇ ਲਗਾ ਦਿੱਤਾ। ਉਹ ਕਹਿ ਰਹੇ ਨੇ ਕਿ ਅਸੀਂ ਤੇ ਜਨਾਬ ਅਸੀਂ ਤੇ 4 ਪਾਣੀ ਲਾ ਕੇ ਬਹਿ ਗਏ, ਖੁਰਾਕਾਂ ਪਾ ਦਿੱਤੀਆਂ ਨੇ, ਅੱਗੋਂ ਪਾਣੀ ਨਹੀਂ ਲੱਗਦਾ ਪਿਆ। ਉਹ ਜ਼ਮੀਨ ਪਾਣੀ ਮੰਗਦੀ ਨਹੀਂ ਪਈ, ਮੰਗੇਗੀ ਤਾਂ ਦੇਵਾਂਗੇ ਨਾ। ਅੱਛਾ, अल्लाह का नौकर आया, अल्लाह का नौकर आया, हर दिल में दर्द जगाया, रब का दीवाना बनाया। अल्लाहू अकबर का नारा सारी दुनिया में लगाया। अल्लाह का नौकर आया, अल्लाह का नौकर आया, अल्लाह का नौकर। जी जी ਇਹਦੀ ਸਿਰਾਤ ਅਲ ਮੁਸਤਕੀਮ ਅੱਜ ਉਸੇ ਪਿੰਡ ਕੋਟ ਰਾਧਾ ਕਿਸ਼ਨ ਦੇ ਵਿੱਚ ਰਾਣਾ ਇਫਤਖਾਰ ਔਰ ਸਾਰੇ ਮੇਰੇ ਕਿਸਾਨ ਭਰਾ ਇੱਥੇ ਮੌਜੂਦ ਨੇ। ਤੇ ਜਿਹੜਾ ਅਸੀਂ ਇੱਕ ਵਾਅਦਾ ਕੀਤਾ ਸੀ ਕਿ ਅਸੀਂ ਜਿਹੜਾ ਉਹ ਰਾਣਾ ਸਾਹਿਬ ਨੇ ਜਿਵੇਂ ਦੱਸਿਆ ਕਿ ਉਹਨਾਂ ਸੇ ਖਾਦ 1 ਨੰਬਰ ਲੈਣੀ ਮੁਸ਼ਕਲ ਹੈ, ਤੇ ਮੈਂ ਫਿਰ ਰਾਣਾ ਸਾਹਿਬ ਨੂੰ ਕਿਹਾ ਕਿ ਤੁਸੀਂ ਖਾਦ ਜਿਹੜੀ ਹੈ ਨਾ 1 ਨੰਬਰ ਜਿੱਥੋਂ ਮਿਲਦੀ ਉੱਥੋਂ ਲੈ ਲੈਣਾ, ਤੇ ਉਹਦੇ ਪੈਸੇ ਮੈਂ ਤੁਹਾਨੂੰ ਦੇ ਦਿਆਂਗਾ, ਠੀਕ ਹੈ ਨਾ ਜੀ। ਤੇ ਇਹ ਰਾਣਾ ਸਾਹਿਬ ਨੇ ਨਾਲ ਖਾਦ ਦਾ ਵੀ ਅਰੇਂਜ ਕੀਤਾ ਹੈ, ਕਿਉਂਕਿ ਜ਼ਿਮੀਂਦਾਰ ਜਿਸ ਸਿਸਟਮ ਨਾਲ ਬਿਮਾਰੀ ਵੀ ਆਈ ਫਸਲ ਦੇ ਉੱਤੇ, ਤੇ ਬਹੁਤ ਸਾਰੇ ਜ਼ਿਮੀਂਦਾਰਾਂ ਨੂੰ ਮਸਲਾ ਮਸਾਇਲ ਬਣਿਆ। ਤੇ ਹੁਣ ਅਸੀਂ ਇਹ ਸੋਨਾ ਯੂਰੀਆ ਵਾਲਿਆਂ ਦੀ ਖਾਦ, ਹਾਂਜੀ ਇਹਨਾਂ ਦੀ ਕੀ ਨਾਮ ਹੈ, ਫੌਜੀ ਫਰਟੀਲਾਈਜ਼ਰ ਵਾਲੇ, ਹਾਂਜੀ ਫੌਜੀ ਫਰਟੀਲਾਈਜ਼ਰ, ਹਾਂਜੀ ਫੌਜੀ ਫਰਟੀਲਾਈਜ਼ਰ ਵਾਲਿਆਂ ਦੀ ਜਿਹੜੀ ਖਾਦ ਹੈ ਨਾ, ਦਿਖਾਓ, ਇਹ ਵੀ ਇਹਨਾਂ ਨਾਲ ਦੇ ਰਹੇ ਆ। ਨਾਲ ਫਾਤਮਾ ਫਰਟੀਲਾਈਜ਼ਰ ਤੇ 5 ਬੈਗ, ਹਾਂਜੀ ਇਹ ਫਾਤਮਾ ਲਈ ਵੀ ਹੈ ਸਾਡਾ, ਕਿਉਂਕਿ ਸਾਡਾ ਖਾਦ ਵਾਲਿਆਂ ਨਾਲ ਕਿਸੇ ਅਸੀਂ ਤਾਂ ਜ਼ਮੀਨ ਨੂੰ ਸਹੀ ਕਰ ਰਹੇ ਹਾਂ, ਜ਼ਮੀਨ ਨੂੰ, ਤੇ ਜਿਹੜੀ ਵੀ ਅੱਛੀ ਕੰਪਨੀ ਦੀ ਖਾਦ ਹੋਏ ਉਹਨੂੰ ਇਸਤੇਮਾਲ ਕਰੋ ਤੇ ਆਪਣੇ ਆਪਣੇ ਰਿਜ਼ਲਟ ਲਵੋ ਜੀ। ਇਹ ਉਹਨਾਂ ਨੂੰ ਰਾਣਾ ਸਾਹਿਬ ਤੇ ਕਿਨਾ ਆਪਣਾ ਵਕੀਲ ਸਾਹਿਬ ਮਿਲ ਕੇ ਤੇ ਇਹ ਸਾਰੇ ਤਕਸੀਮ ਕਰੋ ਤੇ ਅੱਲਾਹ ਦਾ ਨਾਮ ਲੈ ਕੇ ਅੱਲਾਹ ਦੀ ਰੱਸੀ ਨੂੰ ਘੁੱਟ ਕੇ ਫੜੋ ਤੇ ਮਿਹਨਤ ਕਰੋ, ਤੇ ਇਨਸ਼ਾਅੱਲਾ ਤਾਲਾ ਅੱਗੋਂ ਅਸੀਂ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਤਾਲਾ ਕਿ ਅੱਲਾਹ ਮੀ ਅੱਗੋਂ ਵੀ ਕਰਨ ਵਾਲੀ ਕਰੇ ਤੇ ਜ਼ਿਆਦਾ ਤੋਂ ਜ਼ਿਆਦਾ ਨੂੰ ਵਸੀਹ ਕਰਦੇ ਜਾਈਏ। ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਇਹਦੀ ਸਿਰਾਤ ਅਲ ਮੁਸਤਕੀਮ। ਮੈਂ ਹਮੇਸ਼ਾ ਇਹੀ ਦੁਆ ਮੰਗਦਾ ਕਿ ਅੱਲਾ ਸਾਨੂੰ ਸਿੱਧੇ ਰਸਤੇ ਵੱਲ ਚਲਾ, ਠੀਕ ਹੈ ਨਾ ਜੀ। ਦੇਖੋ ਦੁਆਵਾਂ 'ਚ ਵੀ ਬੜਾ ਅਸਰ ਹੁੰਦਾ ਹੈ। ਜਿਹੜੀਆਂ ਦੁਆਵਾਂ ਨਬੀਆਂ ਪੈਗੰਬਰਾਂ ਵਲੀਆਂ ਦੇ ਉਤਰੀਆਂ ਨੇ ਨਾ, ਜਿਸ ਤਰ੍ਹਾਂ ਲਾ ਇਲਾਹਾ ਇਲੱਲਾ ਅੰਤਾ ਸੁਬਹਾਨਕ ਇੰਨੀ ਕੁੰਤੁ ਮਿਨਜ਼ ਜ਼ਾਲਿਮੀਨ ਅਸੀਂ ਪੜ੍ਹਦੇ ਹਾਂ, ਉਹ ਉਹਨਾਂ ਸੇ ਉਤਰੀਆਂ ਨੇ। ਅਸੀਂ ਕਦੀ ਵੀ ਕੋਈ ਬੰਦਾ ਅੱਜ ਤੱਕ ਤੁਸੀਂ ਨਹੀਂ ਸੁਣਿਆ ਹੋਏਗਾ ਜਿਹੜਾ ਕਹਿੰਦਾ ਹੋਏਗਾ ਸਿਰਫ ਇਹਨਾਂ ਲਫ਼ਜ਼ ਇਹਦੀ ਸਿਰਾਤ ਅਲ ਮੁਸਤਕੀਮ, ਇਹ ਅੱਲਾ ਹਮੇ ਸਿੱਧੇ ਰਾਸਤੇ पे चला, इय्याका नअबुदु व इय्याका नस्तईन कहते हैं। और ਅਸੀਂ ਅੱਲਾ ਨੂੰ ਕੀ ਕਹਿੰਦੇ हैं, अल्लाह हम तेरी इबादत करते हैं और तुझी से मदद मांगते हैं। अल्लाह ਦੇ ਆਸਾਨ ਪਾਉਂਦੇ हैं कि तेरी इबादत करते हैं और तेरे ਕੋਲ ਹੀ ਮਦਦ ਮੰਗ ਰਹੇ हैं कि ਸਾਡੀ ਮਦਦ ਕਰ। ਪਰ ਅਸਲ ਜਿਹੜੀ ਚੀਜ਼ ਮੈਂ ਆਪਣੀ ਜ਼ਿੰਦਗੀ ਸਿੱਖੀ, ਮਾਰ ਖਾਦੀ, ਸਾਰਾ ਕੁਝ ਦੇਖਿਆ, ਤੇ ਉਹਦਾ ਹੱਲ ਇਹੀ ਸੀ ਕਿ ਇਹਦੀ ਸਿਰਾਤ ਅਲ ਮੁਸਤਕੀਮ, कि अल्लाह जो तेरे प्यारों का चुना हुआ रास्ता उस पर चला रहे। सब तो पहले तो तुसी भी ज्यादा पढ़िया करो एदी सिरात अल मुस्तकीम, अल्लाह में सीधा रास्ता दिखा दे, क्योंकि हम भटके हुए हैं, भटके हुए हैं, सीधा रास्ता अल्लाह दिखा दे। वो फिर नाल जिहड़े ने लिखते जाते हैं कि यह बंदा इन्ना पढ़ता है एदी सिरात अल मुस्तकीम, ते अल्लाह फिर खुद ही रास्ता बना के ते अपने बंदे नूं सीधा रास्ते ते ले आना। क्योंकि अल्लाह कहता कि मैं मेरी जी सोच है, जिंदगी रिसर्च गुजरी पूरी जिंदगी, और माशाअल्लाह अल्लाह के ऊपर ही रिसर्च की थी कि असी जिन्ने भी लोग हैं ना जी, असी नमाज पढ़ते हैं, कुरान पढ़ते हैं, सारा करते हैं, पर अज तक किसी ने अल्लाह नूं समझिया नहीं। अल्लाह नूं जिन्हें समझ लिता उन्हें अल्लाह नूं पा लिया। मैं आज सोच रहा सी कि देखो, पहले मैं बड़े फखर ना कहता सी कि मेरा नाम सैयद बाबर हुसैन बुखारी है, हुण मैं कहना भाई मैं कुछ भी नहीं। जो अल्लाह नूं समझिया
ਤੇ ਉਹ ਵੀ ਟੁੱਟ ਗਿਆ ਕਿ ਕੁਝ ਵੀ ਨਹੀਂ। ਅੱਛਾ, ਅੱਲਾ ਨੂੰ ਹੁਣ ਦੇਖੋ, ਮੈਂ ਆਪਣੇ ਬਕੌਲ ਕਹਿ ਰਿਹਾ ਕਿ ਮੈਂ ਸैयद बाबर बुखारी हाँ, पर रिजक मैं अल्लाह को खा रहा, सेहत मैं अल्लाह को लै रहा, नींद मैं अल्लाह को लै रहा, इज्जत मैं अल्लाह को लै रहा, ठीक है, हथ अल्लाह के हुक्म नाल ला रहे, ਜ਼ਬਾਨ अल्लाह के हुक्म नाल ला रहे, ਅੱਖ अल्लाह की वजह नाल देख रहे, सुंघ अल्लाह की वजह नाल रहे, ठीक है, ਜਿਹੜਾ ਕੋ ਮਾਲ ਪਾਣੀ ਵੀ ਆਉਂਦਾ ਉਹ ਵੀ ਅੱਲਾਹ ਦੀ ਤਰਫੋਂ ਆ ਰਿਹਾ। ਤੇ ਜਦੋਂ ਸਭ ਕੁਝ ਉਹਦੇ ਕੋਲ ਆ ਰਿਹਾ ਹੈ ਤੇ ਫਿਰ ਨੌਕਰ ਹੋਏ ਨਾ जी, ਫਿਰ ਤੇ ਨਾਮ ਤਾਂ ਨਾ ਹੋਇਆ, ਫਿਰ ਤਾਂ ਸਿੱਧੇ ਸਿੱਧੇ ਨੌਕਰ। ਤੇ ਜਦੋਂ ਨੌਕਰ ਹੈ ਤਾਂ ਨੌਕਰ ਨੂੰ ਆਪਣੀ ਔਕਾਤ ਤੇ ਰਹਿਣਾ ਚਾਹੀਦਾ ਨਾ। ਤੇ ਜਦੋਂ ਔਕਾਤ ਤੋਂ ਬਾਹਰ ਹੁੰਦਾ ਤੇ ਮਾਲਕ ਫਿਰ ਇੱਕ ਲਿਮਟ ਤੋਂ ਬਾਅਦ ਫਿਰ ਖਿੱਚਦਾ। ਅੱਛਾ, ਅਗਰ ਅਸੀਂ ਕਹਿੰਦੇ ਹਾਂ ਕਿ ਇੱਥੇ ਤੇ ਅਸੀਂ ਔਕਾਤ ਤੋਂ ਬਾਹਰ ਆ ਤੇ ਖੈਰ ਹੈ, ਬੰਦਾ ਬੜਾ ਜ਼ਾਲਮ ਹੈ ਤੇ ਇਹ ਜ਼ੁਲਮ ਵੀ ਕਰ ਰਹੇ, ਇਹਨੂੰ ਕੁਝ ਹੋ ਨਹੀਂ ਰਿਹਾ, ਇਹ ਜ਼ੁਲਮ ਵੀ ਕਰ ਰਿਹਾ ਤੇ ਹੋ ਨਹੀਂ ਰਿਹਾ। ਤੇ ਫਿਰ ਮੈਨੂੰ ਇੱਕ ਵਾਕਿਆ ਯਾਦ ਆਉਂਦਾ ਫਿਰੌਨ ਦੇ ਵਕਤ ਦਾ ਕਿ ਉਹ ਤਾਕਤ ਵੀ ਸੀ, ਸਾਰਾ ਕੁਝ ਸੀ, ਪਰ ਉਹ ਕਰਦਾ ਕੀ ਸੀ। ਹੁਣ ਗੱਲ ਨੂੰ ਜ਼ਰਾ ਗੌਰ ਨਾਲ ਸੁਣਨਾ, ਸਮਝਣਾ। ਤੁਹਾਡੇ ਸੇ ਤਬਲੀਗ ਬੜੀ ਜ਼ਰੂਰੀ ਹੈ, ਮੇਰੇ ਵਿੱਚ ਤੇ ਤੁਸੀਂ ਸਾਰੇ ਸਮਝਦਾਰ ਵੀ ਹੋ ਸਾਰਾ। ਅੱਛਾ, ਫਿਰੌਨ ਕਿਉਂ ਬਚ ਰਿਹਾ ਸੀ? ਜ਼ੁਲਮ ਵੀ ਕਰ ਰਿਹਾ ਸੀ, ਜ਼ਾਲਮ ਵੀ ਸੀ, ਤੇ ਔਰ ਤੇ ਰੱਬ ਦਾ ਅਜ਼ਾਬ ਵੀ ਨਹੀਂ ਆ ਰਿਹਾ ਸੀ, ਤੇ ਉਹ ਬਚ ਕਿਉਂ ਰਿਹਾ ਸੀ? ਹੁਣ ਤੁਸੀਂ ਸਾਰੇ ਬੰਦੇ ਜਵਾਬ ਦਿਓ, ਕਿਉਂ ਬਚ ਰਿਹਾ ਸੀ? ਹਾਂਜੀ ਦੱਸੋ। ਨਹੀਂ, ਉਹ ਤੁਸੀਂ ਉਹਨਾਂ ਦੀ ਗੱਲ ਕੀਤੀ, ਉਹਨਾਂ ਦਾ ਸਵਾਲ ਵੀ ਗਲਤ ਹੈ, ਉਹਨਾਂ ਦਾ ਸਵਾਲ ਵੀ ਸਾਰੇ ਸਮਝਦਾਰ ਹੋ ਮਾਸ਼ਾਅੱਲਾ, ਸੁਨਤੇ ਰਸੂਲ ਵਾਲੇ ਬੈਠੇ। ਮੈਂ ਤੇ ਜਨਾਬ ਸੁਨਤੇ ਰਸੂਲ ਵੀ ਰੱਖਦੇ ਆ, ਡਰਦਾ ਕਿ ਮੈਂ ਉਸ ਕਾਬਲ ਵੀ ਨਹੀਂ ਹੈ, ਠੀਕ ਹੈ ਨਾ, ਕਿ ਪਹਿਲੇ ਮੈਂ ਕਾਬਲ ਬਣ ਜਾਵਾਂ ਤੇ ਫਿਰ ਦੇਖਾਂਗਾ, ਠੀਕ ਹੈ। ਤੇ ਮੈਨੂੰ ਸਾਰੇ ਵਿੱਚੋਂ ਵਕੀਲ ਸਾਹਿਬ ਵੀ ਬੈਠੇ ਨੇ, ਤਸਵੀਰ ਰੋਕੋ ਜ਼ਰਾ 2 ਮਿੰਟ, ਫੋਕਸ ਕਰੋ। ਜਦੋਂ ਅੱਲਾਹ ਦੀ ਇਬਾਦਤ ਕਰੀਏ ਨਾ ਫਿਰ ਅੱਲਾਹ ਵੱਲੋਂ ਤਵੱਜੋ ਹੁੰਦੀ। ਹਾਂਜੀ, ਤੇ ਜਵਾਬ ਦਿਓ। ਉਹ ਵੀ ਇਹ ਗੱਲ ਅੱਲਾਹ ਤਾਲਾ ਨੂੰ ਕਹਿੰਦਾ ਸੀ ਵੀ ਯਾ ਅੱਲਾਹ ਜੋ ਮੈਂ ਤੂੰ ਜਾਣਦਾ ਮੇਰਾ ਪਰਦਾ। ਨਾ 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 ਨਾ, ਉਹਦੀ ਇੱਕ ਰੀਜ਼ਨ, ਕਿਉਂਕਿ ਮੈਂ ਤੁਹਾਨੂੰ ਦੱਸਿਆ, ਪਹਿਲੇ ਦੱਸਿਆ ਕਿ ਮੈਂ ਰਿਸਰਚ ਕੀਤੀ ਹੈ, ਫਿਰ ਮੈਂ ਗੱਲ ਕਰ ਰਿਹਾ ਤੁਹਾਨੂੰ ਸਮਝਾਉਣ ਵਾਸਤੇ ਕਰ ਰਿਹਾ, ਕਿਉਂਕਿ ਅੱਜ ਤੋਂ ਪਹਿਲੇ ਮੈਂ ਗੱਲਾਂ ਨਹੀਂ ਕੀਤੀਆਂ ਸਨ, ਕਿਉਂਕਿ ਮੇਰੀਆਂ ਗੱਲਾਂ ਕਰਨੀਆਂ ਬਣਦੀਆਂ ਨਹੀਂ ਸੀ। ਜਦੋਂ ਇਹਨਾਂ ਨੇ ਆਪਣੇ ਰਿਜ਼ਲਟ ਲਿੱਤੇ, ਪੈਦਾਵਾਰ ਵਧੀ, ਚੀਜ਼ਾਂ ਆਈਆਂ, ਅੱਖਾਂ ਨਾਲ ਵੇਖੀਆਂ, ਹੁਣ ਮੈਨੂੰ ਹੱਕ ਹੈ ਕਿ ਮੈਂ ਤੁਹਾਨੂੰ ਸਮਝਾਵਾਂ, ਤੁਹਾਡੀ ਤਬਲੀਗ ਕਰਾਂ, ਕਿਉਂਕਿ ਜਿੱਦਾਂ ਕੁਝ ਕਰਕੇ ਨਾ ਦਿਖਾਈਏ ਨਾ, ਕਿੰਨਾ ਕੁ ਬੰਦਾ ਇੱਥੇ ਸ਼ਫਾ ਯਾਫਤਾ ਹੋ ਗਿਆ ਨਾ। ਨਹੀਂ, ਜਿਨ੍ਹਾਂ ਨੂੰ ਸਿਹਤ ਮਿਲੀ ਹੈ 2-3-4 ਹਜ਼ਾਰ ਬੰਦਾ ਤੇ ਹੋ ਗਿਆ ਕਿ ਨਹੀਂ ਹੋਇਆ? जी मुर्शिद जी, बिल्कुल। हाँ जी? हर प्रोग्राम ਜ਼ਿਆਦਾ ਹੀ ਹੋ ਗਿਆ, ਕਿਸੇ ਕੋ ਪੈਸਾ ਨਹੀਂ ਲਿੱਤਾ जी, ਪਹਿਲੇ ਕਰਕੇ ਦਿਖਾਇਆ ਕਿ ਮੈਂ ਵਾਕਈ ਅੱਲਾ ਦਾ ਨੌਕਰ ਹਾਂ, ਤੇ ਫਿਰ ਇਹ ਗੱਲ ਕਰ ਰਿਹਾ। ਨਹੀਂ ਕਿਸੇ ਕੋ ਜਵਾਬ ਹੈ? ਹਾਂਜੀ ਰੱਬ ਦੀ ਮਖਲੂਕ ਨੂੰ ਵੀ ਉਹ ਖਵਾਉਂਦੇ ਸੀ। ਹਾਂ, ਦੇਖਿਆ ਨਾ ਤੁਸੀਂ, ਕੱਢਿਆ ਜਵਾਬ ਕਿ ਅੱਲਾ ਦੀ ਮਖਲੂਕ ਨੂੰ ਉਹ ਖਵਾਉਂਦਾ ਸੀ, ਵੰਡਦਾ ਸੀ। ਉਹਨੂੰ ਸਮਝ ਆ ਗਈ ਕਿ ਰੱਬ ਕੋਲੋਂ ਬਚਣਾ ਹੈ ਤੇ ਖਵਾਓ। जी, ਤੁਹਾਨੂੰ ਸਮਝ ਆਈ ਕਿ ਨਹੀਂ ਆਈ? ਕਿ ਉਹ ਕਹਿੰਦਾ ਖਾਣੇ ਵੰਡਦਾ ਸੀ ਨਾ, ਰਾਸ਼ਨ ਖਾਣਾ, ਇਹ ਉਹ ਅਨਾਜ, ਠੀਕ ਹੈ, ਆਪਣੀ ਸਲਤਨਤ ਦੇ ਲੋਕਾਂ ਨੂੰ ਦਿੰਦਾ, ਤੇ ਉਹਨੂੰ ਪਤਾ ਸੀ ਕਿ ਰੱਬ ਮੈਨੂੰ ਕੁਛ ਨਹੀਂ ਕਹੇਗਾ, ਮੈਨੂੰ ਵੰਡਣ ਦਿਓ, ਮੈਂ ਜੋ ਮਰਜ਼ੀ ਕਰਨਾ। ਤੇ ਜਿਸ ਦਿਨ ਉਹਨੇ ਵੰਡਣਾ ਬੰਦ ਕੀਤਾ ਤੇ ਖਿੱਚਿਆ ਗਿਆ ਸਾਰਾ ਕੁਝ। ਤੇ ਤੁਸੀਂ ਇਹ ਦੇਖੋ ਕਿ ਇੱਕ ਇੰਨਾ ਜ਼ਾਲਮ ਬੰਦਾ ਤੇ ਰੱਬ ਦੇ ਬੰਦਿਆਂ ਨੂੰ ਖਵਾ ਰਿਹਾ ਸੀ, ਤੇ ਜ਼ਾਲਮ ਨੂੰ ਉਂਗਲੀ ਵੀ ਨਹੀਂ ਲਾਈ। ਤਕਲੀਫ ਕਿੰਨੀ ਹੁੰਦੀ ਹੋਏਗੀ? अल्लाहु अकबर, अल्लाहु अकबर। ਅੱਲਾਹੁ ਅਕਬਰ। ਅੱਲਾ ਦੇ ਨੌਕਰਾਂ ਦਾ ਵੀ ਨਾਰਾ ਲਾਇਆ, ਅੱਲਾ ਦੇ ਨੌਕਰ।
अल्लाह दे नौकर, अल्लाह दे नौकर, अल्लाह दे नौकर, अल्लाह दे नौकर, अल्लाहु अकबर। अल्लाहु अकबर। अल्लाह ਦਾ ਨਾਮ ਜਦੋਂ ਆਏ ਨਾ ਹੱਥ ਖੜੇ ਕਰਕੇ ਲਿਆ ਕਰੋ ਕਿ ਤੁਹਾਡੀ ਪਾਵਰ ਫੀਲ ਹੋਏ ਕਿ ਤੁਸੀਂ ਵਾਕਈ ਅੱਲਾਹ ਦੇ ਨੌਕਰ ਔਰ ਅੱਲਾਹ ਦੇ ਬੰਦੇ ਹੋ। ਉੱਥੇ ਸ਼ਰਮਾਇਆ ਨਾ ਕਰੋ, ਕਿਉਂਕਿ ਸ਼ੈਤਾਨ ਜਿਹੜਾ ਨਾ ਉਹ ਫਿਰ ਵੇਖੇਗਾ ਕਿ ਕਿੰਨਾ ਮਜ਼ਬੂਤ ਕੱਟ ਹੁੰਦਾ ਜਾ ਰਿਹਾ। ਅਸੀਂ ਸ਼ੈਤਾਨ ਨੂੰ ਵੀ ਤਾਂ ਕੱਟਣਾ ਹੈ ਨਾ। ਤੇ ਉਹ ਜਦੋਂ ਉਹਨੇ ਰਾਸ਼ਨ ਬੰਦ ਕੀਤਾ ਉਸ ਤੋਂ ਬਾਅਦ ਜ਼ੁਲਮ ਸ਼ੁਰੂ ਹੋ। ਜ਼ੁਲਮ ਕੀ ਸ਼ੁਰੂ ਹੋ ਗਏ, ਉਹ ਜ਼ਾਲਮ ਬਣ ਗਿਆ। ਪਹਿਲੇ ਜ਼ਰਾ ਕੰਟਰੋਲ ਹੀ ਸੀ ਕਿਉਂਕਿ ਨਾਲ ਸਪੋਰਟ ਵੀ ਆ ਰਹੀ ਸੀ ਨਾ ਕਿ ਉਹਨੂੰ ਕੁਝ ਕਿਹਾ ਨਾ ਜਾਏ। ਤੇ ਉਹਨੇ ਜਿਸ ਤਰ੍ਹਾਂ ਹੀ ਬੰਦ ਕੀਤਾ ਤੇ ਉਸ ਤੋਂ ਬਾਅਦ ਉਹ ਜ਼ਾਲਮ ਹੋ ਗਿਆ, ਤੇ ਕਾਬੂ ਆ ਗਿਆ ਮੇਰੇ ਮਾਲਕ ਕੋਲ। ਠੀਕ ਹੈ, ਚਲੋ ਇਹ ਵੀ ਗੱਲ ਤੁਹਾਡੀ ਸਮਝ ਆ ਗਈ। ਫਿਰ ਹਜ਼ਰਤ ਮੂਸਾ ਅਲੈਹਿਸ ਸਲਾਮ ਦਾ ਵਾਕਿਆ ਹਰ ਮੌਲਾਨਾ ਸਾਹਿਬ ਬਿਆਨ ਕਰਦੇ ਨੇ ਕਿ ਇੱਕ ਬੰਦਾ ਜਿਹੜਾ ਫਾਕਿਆਂ ਤੇ ਸੀ, ਉਹਦਾ ਰੋਜ਼ਗਾਰ ਬੜਾ ਬੁਰੀ ਤਰੀਕੇ ਨਾਲ ਗੁਜ਼ਰ ਰਿਹਾ ਸੀ, ਕਈ ਦਿਨਾਂ ਤੋਂ ਖਾਣਾ ਨਹੀਂ ਖਾ ਪਾਉਂਦਾ ਸੀ। ਉਹਨੇ ਹਜ਼ਰਤ ਮੂਸਾ ਅਲੈਹਿਸ ਸਲਾਮ ਨੂੰ ਕਿਹਾ ਕਿ ਅੱਲਾਹ ਦੇ ਪਿਆਰੇ, ਮੇਰੀ ਅੱਲਾਹ ਦੇ ਹਜ਼ੂਰ ਐਪਲੀਕੇਸ਼ਨ ਤੇ ਰੱਖੋ ਕਿ ਮੈਂ ਸਾਰੀ ਜ਼ਿੰਦਗੀ ਫਾਕਿਆਂ 'ਚ ਹੀ ਰਹਿਣਾ। ਤੇ ਅੱਲਾਹ ਨੇ ਕਿਹਾ ਜੀ ਬਸ ਇੰਝ ਹੀ ਰਹਿਣਾ ਤੇ ਜ਼ਿੰਦਗੀ ਵੀ ਥੋੜੀ ਹੈ। ਉਹਨੇ ਕਿਹਾ ਅੱਲਾਹ ਨੂੰ ਮੇਰਾ ਇੱਕ ਤੇ ਪੈਗਾਮ ਦੇ ਦਿਓ ਕਿ ਜਿਹੜਾ ਮੇਰਾ ਅਗਰ ਮੇਰੀ 10 ਦਿਨ ਜ਼ਿੰਦਗੀ ਹੈ ਜਾਂ ਮਹੀਨਾ ਜ਼ਿੰਦਗੀ ਹੈ, ਉਹਦਾ ਰਾਸ਼ਨ ਅਗਰ ਮੈਨੂੰ ਇੱਕ ਦਿਨ ਮਿਲ ਜਾਏ ਤੇ ਕਮ ਸੇ ਕਮ ਮੈਂ ਜਿਹੜਾ ਪੂਰੀ ਜ਼ਿੰਦਗੀ ਪੇਟ ਭਰ ਕੇ ਨਹੀਂ ਖਾਦਾ ਉਹ ਤੇ ਖਾ ਲਵਾਂ। ਮਾਲਕ ਨੇ, ਮਾਲਕ ਹੈ, ਉਹ ਕਬੂਲ ਕੀਤਾ, ਖਾਣਾ ਆ ਗਿਆ। ਅੱਛਾ, ਜਦੋਂ ਉਹਨੇ ਖਾਣਾ ਸ਼ੁਰੂ ਕੀਤਾ ਤੇ ਖਾਂਦੇ ਖਾਂਦੇ ਉਹਦੇ ਅੰਦਰ ਇੱਕ ਅਹਿਸਾਸ ਆਇਆ। ਉਹਨੇ ਕਿਹਾ ਕਿ ਮੈਂ ਤੇ ਰੱਜ ਕੇ ਖਾ ਲਿੱਤਾ ਤੇ ਮੇਰਾ ਤੇ ਹਜ਼ਰਤ ਮੂਸਾ ਅਲੈਹਿਸ ਸਲਾਮ ਨਾਲ ਚਲੋ ਤਲਕ ਸੀ, ਮੈਂ ਕਹਿ ਦਿੱਤਾ। ਤੇ ਜਿਨ੍ਹਾਂ ਦਾ ਤਲਕ ਨਹੀਂ, ਜਿਹਨੇ ਗੱਲ ਨਹੀਂ ਕਰ ਸਕਦੇ, ਤੇ ਮੈਂ ਉਹਨਾਂ ਨੂੰ ਕਿਉਂ ਨਾ ਦੇ ਦਿਆਂ। ਚਲੋ ਮੈਂ ਤੇ ਆਪਣੀ ਖੁਆਇਸ਼ ਪੂਰੀ ਕਰ ਲਈ ਤੇ ਬਾਕੀ ਮੈਂ ਵੀ ਰੱਖਾਂਗਾ, ਬਾਸੀ ਕਰਾਂਗਾ, ਖਰਾਬ ਕਰਾਂਗਾ, ਬੁੱਝ ਜਾਏਗਾ ਤੇ ਉਹਨਾਂ ਨੂੰ ਦੇ ਦਿਆਂ। ਉਹਨੇ ਜਦੋਂ ਵੰਡਿਆ ਤੇ ਅਗਲੇ ਦਿਨ ਉਹ ਉੱਠਿਆ ਤੇ ਉਸ ਤੋਂ ਡਬਲ ਪਿਆ ਸੀ। ਤੁਸੀਂ ਦੇਖੋ, ਮਾਲਕ, ਮੈਂ ਨਹੀਂ ਕਹਿ ਰਿਹਾ, ਇਹ ਲਫ਼ਜ਼ ਜਿਹੜੇ ਮੈਂ ਤੁਹਾਨੂੰ ਕਹਿ ਰਿਹਾ ਇਹ ਮੇਰੇ ਕੋਲੋਂ ਨਹੀਂ ਲਿਖੇ ਹੋਏ, ਇਹ ਪੂਰੀ ਦੁਨੀਆ ਨੂੰ ਪਤਾ ਹੈ, ਹਰ ਬਜ਼ੁਰਗ ਨੂੰ ਪਤਾ ਹੈ। ਹੁਣ ਦੇਖੋ ਨਾ, ਤੁਹਾਨੂੰ ਸੈਯਦ ਦਾ ਮਤਲਬ ਹੈ ਨਾ, ਸੈਯਦ ਦਾ ਮਤਲਬ ਹੈ ਕਿ ਜਿਹੜੇ ਅੱਲਾਹ ਦੇ ਜਿਹੜੇ ਪਿਆਰੇ ਨੇ, ਨੌਕਰ ਜੋ ਹੋਇਆ, ਤੇ ਨੌਕਰ ਦਾ ਕੰਮ ਹੈ ਦੂਸਰੇ ਨੌਕਰਾਂ ਨੂੰ ਖਬਰਦਾਰ ਕਰਨਾ। ਉਹਨਾਂ ਨੇ ਕਹਿਣਾ ਜੋ ਮਰਜ਼ੀ ਕਰ ਲਓ, ਤੁਸੀਂ ਰੱਜ ਕੇ ਝੂਠ ਬੋਲੋ, ਸ਼ਰਾਬਾਂ ਪੀਓ, ਬਦਕਾਰੀਆਂ ਕਰੋ, ਉਹ ਹਜ਼ੂਰ ਨੇ ਤੁਹਾਨੂੰ ਬਖਸ਼ਾ ਦੇਣਾ। ਬਸ ਸਾਡੇ ਗੱਲੇ 'ਚ ਪੈਸੇ ਪਾ ਦਿਓ, ਅਸੀਂ ਤੁਹਾਡਾ ਦੁਆ ਕਰਾਂ, ਤੁਸੀਂ ਬਖਸ਼ੇ ਬਖਸ਼ਾਇਓ। ਸਾਨੂੰ ਵੀ 2 ਮਨ ਜ਼ਰਾ ਭੇਜ ਦਿਓ, ਤੁਸੀਂ ਬਖਸ਼ੇ ਬਖਸ਼ਾਇਓ। ਨਾ 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 ਨਾ, ਹਜ਼ੂਰ ਨੇ ਤੇ ਝੂਠੇ ਨੂੰ ਵੇਖਣਾ ਵੀ ਨਹੀਂ। ਹਜ਼ੂਰ ਨੇ ਕਹਿਣਾ ਮੈਂ ਨਹੀਂ ਜਾਣਦਾ ਇਹ ਕੌਣ ਨੇ, ਕਿਉਂਕਿ ਹਜ਼ੂਰ ਨੇ ਪਹਿਲੇ ਕਹਿ ਦਿੱਤਾ ਕਿ ਮੇਰੀ ਉਮਤ ਝੂਠੀ ਨਹੀਂ ਹੋ ਸਕਦੀ। ਔਰ ਅੱਲਾਹ ਨੇ ਕੁਰਾਨ ਵਿੱਚ ਬਾਰ-ਬਾਰ ਝੂਠੇ ਤੇ ਲਾਨਤ ਤੇ ਲਾਨਤ, ਲਾਨਤ ਤੇ ਲਾਨਤ, ਲਾਨਤ ਤੇ ਲਾਨਤ ਪਾ ਦਿੱਤੀ। ਮੈਂ ਨਹੀਂ ਕਹਿ ਰਿਹਾ, ਇਹ ਬਜ਼ੁਰਗ ਬੈਠੇ ਨੇ, ਅਗਰ ਮੇਰੀ ਕੋਈ ਗੱਲ ਗਲਤ ਹੈ ਤੁਸੀਂ ਟੋਕਣਾ ਮੈਨੂੰ, ਤੁਸੀਂ ਟੋਕਣਾ ਹੈ ਕਿ ਅੱਲਾਹ ਦੇ ਨੌਕਰ ਤੂੰ ਗੱਲਾਂ ਕੀ ਕਰਦਾ ਪਿਆ, ਤੂੰ ਐਵੇਂ ਫਜ਼ੂਲ ਗੱਲਾਂ ਨਾਲ ਸਾਡਾ ਟਾਈਮ ਨਾ ਜ਼ਾਇਆ ਕਰ। ਅਗਰ ਟਾਈਮ ਜ਼ਾਇਆ ਕਰ ਰਿਹਾ ਫਿਰ ਵੀ ਕਹਿਣਾ ਤੁਸੀਂ, ਕਿਉਂਕਿ ਅੱਜ ਮੈਨੂੰ ਹੱਕ ਹਾਸਲ ਹੈ, ਮੈਂ ਤੁਹਾਡੇ ਪਿੰਡ ਨੂੰ ਜਿਹੜਾ ਗੰਦਾਂ ਤੋਂ ਸਟਾਰਟ ਹੋਇਆ ਇੱਥੇ ਤੱਕ ਨੌਕਰੀ ਕਰ ਰਿਹਾ। ਮੇਰੀ ਨੌਕਰੀ 'ਚ ਕੋਈ ਕੁਤਾਹੀ ਆਈ ਹੈ ਦੱਸੋ, ਮੇਰੀ ਗੱਲ 'ਚ ਕੋਈ ਝੂਠ ਆਇਆ ਤਾਂ ਦੱਸੋ, ਨਹੀਂ ਮੁਰਸ਼ਿਦ, ਕੋਈ ਫਰਾਡ ਆਇਆ ਤਾਂ ਦੱਸੋ। ਨਹੀਂ ਮੁਰਸ਼ਿਦ ਜੀ, ਅਗਰ ਤੁਹਾਡੇ ਬੰਦਿਆਂ ਨੂੰ ਮਾਲਕ ਸੇਧ ਦੇ ਰਿਹਾ ਇਸ ਫਕੀਰ ਦੀ ਦੁਆ ਨਾਲ, ਉਹ ਵੀ ਪੈਸੇ ਤੁਹਾਡੇ ਇੱਥੋਂ ਦੇ ਜ਼ਰੂਰਤਮੰਦ ਹੈ, ਬੇਵਾ ਯਤੀਮਾਂ 'ਚ ਵੰਡ ਗਿਆ ਜੀ। ਬਿਲਕੁਲ ਆਪਣੀ ਜੇਬ ਤੇ ਨਹੀਂ ਲਾਈ। ਮੈਂ ਤਾਂ ਨਹੀਂ ਕਿ ਇੱਧਰ ਪਾ ਦਿਓ ਯਾਰ ਰਾਣਾ ਸਾਹਿਬ, ਲਿਆਣਾ ਜ਼ਰਾ ਕਿਸੇ ਕੋ 2000 ਫੜ ਕੇ। ਨਹੀਂ, ਬਿਲਕੁਲ ਕਦੇ ਵੀ ਨਹੀਂ, ਬਲਕਿ ਆਪਣੀ ਦੇਵ ਤੋਂ ਦੇ ਕੇ ਗਏ ਹੋ। ਉਸ ਦਿਨ ਮੈਂ ਫਾਤਿਹਾ ਦੇ ਆਇਆ ਜੀ, ਤੇ ਇੱਥੇ ਮੇਰਾ 15-20 ਬੰਦੇ ਇਕੱਠੇ ਹੋ ਗਏ। ਜੀ ਬਿਲਕੁਲ, ਤੁਸੀਂ ਵੀ ਆਏ ਸੀ ਉਸ ਦਿਨ। ਹਾਂਜੀ, ਤੇ ਉੱਥੇ ਉਹ ਰਾਣਾ ਸਾਹਿਬ ਦੀ ਬੇਗਮ ਠੀਕ ਹੋਈ, 3 ਸਾਲ ਤੋਂ ਬਿਮਾਰ ਸੀ। ਹਾਂਜੀ 3 ਸਾਲ ਨੂੰ। ਅਗਰ ਮੈਂ ਪੈਸੇ ਕਮਾਣੇ ਹੋਣ ਤੇ ਮੈਂ ਤੇ ਬਾਹਰ ਜਿੰਨੇ ਮੇਰੇ ਲੋਕ ਕਰ ਚੁੱਕੇ ਆ ਲੱਖਾਂ ਦੇ ਹਿਸਾਬ ਨਾਲ, ਮੈਂ ਤੇ ਉੱਥੇ ਬਹਿ ਕੇ ਜਨਾਬ ਪੈਸਾ ਭਰੀ ਜਾਵਾਂ, ਕਿਉਂਕਿ ਮੇਰੇ ਦਿਮਾਗ ਇਹ ਚੀਜ਼ ਬਹਿ ਗਈ ਹੈ ਕਿ ਅੱਲਾਹ ਨੇ ਸਾਫ਼ ਕਹਿ ਦਿੱਤਾ ਹੈ ਕਿ ਰਿਜ਼ਕ ਓਨਾ ਹੀ ਮਿਲੇਗਾ ਜੋ ਮੈਂ ਲਿਖਿਆ, ਭਾਵੇਂ ਚੋਰੀ ਕਰ, ਭਾਵੇਂ ਝੂਠ ਬੋਲ, ਭਾਵੇਂ ਫਰਾਡ ਕਰ, ਕਿਉਂਕਿ ਮਾਲਕ ਨੇ ਲਿਖ ਦਿੱਤਾ ਹੈ।
ਤੇ ਜਦੋਂ ਮਾਲਕ ਨੇ ਲਿਖ ਦਿੱਤਾ ਹੈ ਤੇ ਮਿਲਣਾ ਮਾਲਕ ਦੇ ਦਿੱਤੇ ਹੋਏ ਚ ਹੀ, ਤੇ ਫਿਰ ਅਸੀਂ ਉਹ ਕੰਮ ਕਰੀਏ ਨਾ ਜਿਹਦੇ ਚ ਮਾਲਕ ਰਾਜ਼ੀ ਹੋ ਜਾਏ। ਠੀਕ ਕਹਿ ਰਹੇ ਗਲਤ ਕਹਿ ਰਹੇ? ਫਿਰ ਤਾਂ ਸਾਨੂੰ ਉਹ ਕੰਮ ਕਰਨਾ ਚਾਹੀਦਾ ਜਿਹੜੇ ਮਾਲਕ ਰਾਜ਼ੀ ਹੋ ਜਾਏ। ਇੱਥੇ ਹੁਣੇ ਸੀਐਮ ਪੰਜਾਬ ਆ ਜਾਏ, ਕੌਣ ਆ ਜਾਏ? ਸੀਐਮ ਪੰਜਾਬ ਆ ਜਾਏ, ਸਾਡੇ ਵਾਸਤੇ ਇੱਜ਼ਤ ਦੀ ਜਗ੍ਹਾ ਹੈ, ਮੇਰੀ ਬੇਟੀ ਹੈ, ਠੀਕ ਹੈ ਨਾ, ਮੈਂ ਉਹਦੇ ਸਿਰ ਤੇ ਪਿਆਰ ਦਿੱਤਾ ਹੋਇਆ, ਠੀਕ ਹੈ ਨਾ, ਉਹ ਆ ਜਾਏ, ਤੁਸੀਂ ਸਾਰੇ ਮੈਨੂੰ ਵੀ ਛੱਡ ਕੇ ਚਲੇ ਜਾਓਗੇ ਉਧਰ ਜੀ। ਇਸ ਕਰਕੇ ਨਹੀਂ ਜਾਓਗੇ ਕਿ ਸੀਐਮ ਪੰਜਾਬ ਆਈ, ਤੁਸੀਂ ਇਸ ਕਰਕੇ ਜਾਓਗੇ ਕਿ ਜ਼ਰੂਰਤਮੰਦ ਬਣ ਕੇ ਜਾਓਗੇ। ਬੇਟਾ ਮੇਰਾ ਇਹ ਮਸਲਾ ਹੈ, ਬੇਟਾ ਤੇ ਸੂਈ ਗੈਸ ਨਹੀਂ ਆਇਆ, ਬੇਟਾ ਤੇ ਫਲਾਣੀ ਚੀਜ਼ ਨਹੀਂ ਆਈ, ਰਾਣਾ ਸਾਹਿਬ ਕਹਿਣਗੇ ਇਹ ਜਨਾਬ ਗਲੀਆਂ ਦਾ ਬੜਾ ਮਸਲਾ ਹੈ, ਕੀ ਲੈ ਕੇ ਜਾਓਗੇ? ਮਸਾਇਲ। ਤੇ ਜਿਹੜਾ ਉੱਪਰ ਬਾਦਸ਼ਾਹ ਬੈਠਾ ਹੈ, ਜਿਹੜਾ ਤੁਹਾਡੇ ਸਾਹਾਂ ਦਾ ਬਾਦਸ਼ਾਹ ਹੈ, ਤੁਹਾਡੇ ਟਾਈਮ ਦਾ ਬਾਦਸ਼ਾਹ ਹੈ, ਉਹਦੇ ਵਾਸਤੇ ਤਾਂ ਕੁਝ ਵੀ ਨਹੀਂ ਹੈ ਜੀ। ਹੋਰ ਕੋ ਕਦੀ ਕਿਹਾ ਇੰਜ ਕਰਕੇ ਮਾਲਿਕ ਮੈਂ ਅੱਲਾਹ ਕੋਲ ਕਦੀ ਅੱਜ ਤੱਕ ਦੌਲਤ ਨਹੀਂ ਮੰਗੀ, ਮੈਂ ਅੱਲਾਹ ਕੋ ਅੱਜ ਤੱਕ ਕਦੀ ਪੈਸਾ ਦੌਲਤ ਗੱਡੀ ਬੰਗਲਾ ਕਾਰ ਕੁਛ ਨਹੀਂ ਮੰਗਿਆ, ਮੈਂ ਕਿ ਨੌਕਰੀ ਕਰਨੀ ਹੈ ਸਹੀ, ਤੇ ਮਾਲਕ ਅੱਗੋਂ ਤੂੰ ਜਾਣੇ ਤੇਰਾ ਕੰਮ, ਨੌਕਰ ਬਣਾਂਗਾ ਪੂਰਾ। ਜਦੋਂ ਮੰਗਿਆ ਮਾਲਕ ਕੋਲੋਂ ਮਾਲਕ ਨੂੰ ਹੀ ਮੰਗਿਆ। ਤੁਹਾਡੇ ਵਾਸਤੇ ਅੱਲਾ, ਮੇਰੇ ਵਾਸਤੇ ਮਾਲਕ, ਕਿਉਂਕਿ ਮੇਰੀ ਔਕਾਤ ਹੀ ਨਹੀਂ ਮੈਂ ਕਮਾਣਾ, ਮੈਂ ਤਾਂ ਕਹਾਂਗਾ ਮਾਲਕ। ਤੇ ਜਦੋਂ ਕਿਹਾ ਕਿਸੇ ਬਜ਼ੁਰਗ ਦੇ ਦਰਬਾਰ ਤੇ ਗਿਆ, ਰੋਜ਼ਾ ਰਸੂਲ ਤੇ ਅਗਰ ਦੁਆ ਹੋਈ ਹੈ, ਖਾਨਾ ਕਾਬਾ ਤੇ ਦੁਆ ਹੋਈ ਹੈ, ਤੇ ਸਿਰਫ ਇੰਨਾ ਹੀ ਕਿਹਾ ਕਿ ਮਾਲਕ ਨੂੰ ਕਹਿਣਾ ਮੇਰੇ ਕੋਲ ਰਾਜ਼ੀ ਰਹੇ, ਸੁਭਾਨ ਅੱਲਾਹ, ਬਸ ਮੇਰੀਆਂ ਕੁਤਾਹੀਆਂ ਨੂੰ ਮਾਫ ਕਰਕੇ ਤੇ ਮੇਰੇ ਤੇ ਰਾਜ਼ੀ ਰਹੇ, ਮੈਨੂੰ ਨੌਕਰ ਬਣਾ ਕੇ। ਐਵੇਂ ਤਾਂ ਨਹੀਂ ਹੱਥ ਉਠਾਈ ਦੇ ਤੇ ਬੰਦੇ ਠੀਕ ਹੋ ਰਹੇ, ਕਿਉਂਕਿ ਮਾਲਕ ਉੱਤੇ ਬੈਠਾ ਹੈ ਔਰ ਯਕੀਨ ਮਜ਼ਬੂਤ ਹੈ, ਔਰ ਮਾਲਕ ਨੂੰ ਇਹ ਕਹਿ ਰਹੇ ਕਿ ਜਿਹੜਾ ਬੰਦਾ ਦਰਦ ਦੀ ਤਕਲੀਫ ਵਿੱਚ ਆਇਆ ਤੇਰਾ ਹੀ ਬੰਦਾ ਹੈ, ਤੇ ਤੇਰੇ ਬੰਦੇ ਵਾਸਤੇ ਤੇਰੇ ਕੋਲ ਮੰਗ ਰਿਹਾ, ਆਪਣੇ ਵਾਸਤੇ ਨਹੀਂ ਮੰਗ ਰਿਹਾ। ਤੇ ਜਦੋਂ ਤੁਸੀਂ ਪੱਕੇ ਨੌਕਰ ਹੋ ਗਏ ਨਾ ਤੁਸੀਂ, ਤੇ ਤੁਸੀਂ ਵੇਖਣਾ ਫਿਰ ਕਾਇਨਾਤ ਦੇ ਮਾਲਕ ਦੇ ਕੰਮ ਵੇਖਣਾ ਕਿ ਕਿਵੇਂ ਨਸੀਬ ਬਦਲਦੇ ਨੇ ਤੇ ਕਿਵੇਂ ਕਿਸਮਤ ਬਦਲਦੀ ਹੈ ਤੇ ਕਿਵੇਂ ਦੁਨੀਆ ਬਦਲਦੀ ਹੈ। अल्लाहु अकबर, अल्लाहु अकबर, अल्लाहु अकबर, अल्लाहु अकबर, अल्लाह दे नौकर, अल्लाह दे नौकर, अल्लाह दे नौकर, अल्लाह दे नौकर, अल्लाहु अकबर, अल्लाहु अकबर। मैं गुलाम नबी ਨੂੰ ਕਿਹਾ, ਗੁਲਾਮ ਨਬੀ ਮਾਸ਼ਾਅੱਲਾ 2 ਦਫਾ, ਮਤਲਬ ਜਦੋਂ ਵੀ ਮੈਂ ਇੱਥੇ ਸ਼ੁਰੂ ਕੀਤਾ ਮਾਮਲਾ, ਤੇ ਮੇਰਾ ਮੂੰਜੀ ਤੋਂ ਗੁਲਾਮ ਨਬੀ ਨੇ ਸਟਾਰਟ ਕੀਤਾ ਸੀ ਜੀ। ਪਾਣੀ ਆਇਆ, ਪਾਣੀ ਦੀ ਵਜ੍ਹਾ ਨਾਲ ਤੁਹਾਨੂੰ ਪਤਾ ਹੈ ਕਈਆਂ ਦੇ ਮੂੰਜੀ ਦਾ ਮਸਲਾ ਬਣਿਆ। ਮੈਂ ਗੁਲਾਮ ਨਬੀ ਨੂੰ ਕਿਹਾ, ਮੈਂ ਕਿਹਾ ਤੂੰ ਅੱਲਾ ਦੇ ਨੌਕਰਾਂ ਦੀ ਮਹਿਫਿਲ ਚ ਆਇਆ ਨਾ, ਤੇ ਇਹ ਜਿੰਨੇ ਨੌਕਰ ਇਹ ਪਿੱਛੇ ਲਿਖਦੇ ਪਏ ਨਾ, ਹਰ ਇੱਕ ਦੇ ਫਰਿਸ਼ਤੇ ਅਲੱਗ-ਅਲੱਗ ਨੇ ਲਿਖਣ ਵਾਲੇ ਹਿਸਾਬ ਕਿਤਾਬ, ਉਹ ਫਿਰ ਸਾਰੇ ਜਦੋਂ ਉੱਪਰ ਜਾਂਦਾ ਨਾ ਮੈਸੇਜ ਕਿ ਇਹ ਅੱਲਾ ਤੇਰੇ ਨੌਕਰਾਂ ਦੀ ਮਹਿਫਿਲ ਸੀ, ਤੇ ਸਾਰੇ ਤੇਰੀਆਂ ਆਵਾਜ਼ਾਂ ਲਾ ਰਹੇ ਸਨ ਤੇ ਤੈਨੂੰ ਪੁਕਾਰ ਰਹੇ ਸਨ, ਤੇ ਮੈਂ ਕਿਹਾ ਗੁਲਾਮ ਨਬੀ ਹੁਣ ਤੇਰੀ ਜ਼ਮੀਨ ਤੇ ਪਾਣੀ ਆ ਗਿਆ ਨਾ, ਤੇ ਮੈਂ ਇੱਥੇ ਆਣਾ ਛੱਡ ਦਿਆਂ, ਕਿਉਂਕਿ ਮੈਨੂੰ ਆਪਣੇ ਮਾਲਕ ਤੇ ਭਰੋਸਾ ਹੈ। बेश ਭਰੋਸਾ ਤੇ ਮਾਲਕ ਤੇ ਹੈ ਨਾ। ਮੈਂ ਕਿਹਾ ਮੈਨੂੰ ਭਰੋਸਾ ਹੈ, ਆਪਣਾ ਯਕੀਨ ਸਹੀ ਕਰ ਲੈ। ਉਹ ਮੌਲਵੀ ਦਾ ਵਾਕਿਆ ਮੈਂ ਸੁਣਾ ਰਿਹਾ ਸੀ ਨਾ ਪਹਿਲੇ ਵੀ, ਦੁਬਾਰਾ ਫਿਰ, ਕਿ ਉਹ ਕਹਿੰਦਾ ਸੀ ਜਨਾਬ ਅੱਲਾ ਤੇ ਯਕੀਨ ਕਰਕੇ ਪਾਣੀ 'ਚ ਵੀ ਲੰਘ ਜਾਣਾ, ਡੁੱਬੋਗੇ ਨਹੀਂ। ਤੇ ਇੱਕ ਚਲਾ ਗਿਆ ਰਾਣਾ ਸਾਹਿਬ ਦਾ, ਮੈਂ ਇਸ ਕਰਕੇ ਨਹੀਂ ਮਿਸਾਲ ਦਿੰਦਾ ਨਾ, ਉਹ ਤੁਸੀਂ ਕਹੋਗੇ ਆਪਣੇ, ਇੱਕ ਚਲਾ ਗਿਆ ਮਲਕ ਇਫਤਖਾਰ ਵਰਗਾ। ਹੁਣ ਇਹ ਕਰਦਾ ਕੀ ਆ, ਜਦੋਂ ਮੈਂ ਆਉਂਦਾ ਨਾ ਇੰਜ ਕਰਕੇ ਲੱਗਾ ਰਹਿੰਦਾ, ਮੈਂ ਕਿ ਯਾਰ ਨਾ ਕਰਿਆ ਕਰ, ਮੈਨੂੰ ਤੇ ਪਤਾ ਨਹੀਂ ਲੱਗਦਾ ਤੂੰ ਕੀ ਕਰ ਰਿਹਾ। ਪਰ ਇਹਦੀ ਮੁਹੱਬਤ ਦਾ ਸਟਾਈਲ ਐਸਾ ਨਾ, ਦੇਖਦਾ ਰਹਿੰਦਾ ਫਿਰ ਇੰਜ ਕਰਦਾ। ਮੈਂ ਕਿ ਯਾਰ ਮੈਨੂੰ ਆਦਤ ਨਹੀਂ ਹੈ, ਪਰ ਤੂੰ ਕਰਦਾ। ਹਾਂ, ਕਈ ਤਾਂ ਇਨਸਾਨ ਥੱਕ ਜਾਂਦਾ ਨਾ, ਇਨਸਾਨ ਹੈ। ਤੇ ਚਲੋ ਛੋਟੇ ਬੱਚੇ ਹੁੰਦੇ ਨੇ ਰਾਣਾ ਸਾਹਿਬ ਦੇ, ਉਹ ਸਾਡੇ ਭਤੀਜੇ ਵੀ ਨੇ, ਉਹਨਾਂ ਨੂੰ ਜ਼ਰਾ ਮੋਢੇ ਦਬਾ ਦਿੰਦੇ ਨੇ। ਤੇ ਤੁਸੀਂ ਦੇਖੋ ਕਿ ਉਹ ਦਰਿਆ 'ਚ ਲੰਘ ਗਿਆ, ਤੇ ਮੌਲਵੀ ਸਾਹਿਬ ਨੂੰ ਜਦੋਂ ਪੈਗਾਮ ਮਿਲਿਆ ਕਿ ਜਨਾਬ ਉਹ ਤੇ ਦਰਿਆ 'ਚ ਲੰਘ ਗਿਆ, ਤੇ ਉਹਨਾਂ ਨੇ ਕਿਹਾ ਵਾਕਈ ਲੰਘ ਗਿਆ, ਆਓ ਚੈੱਕ ਕਰਦੇ ਹਾਂ, ਲੰਘ ਕੇ ਵਹਾ ਜ਼ਰਾ। ਉਹ ਜਨਾਬ ਖੋਖਰ ਸਾਹਿਬ ਫਿਰ ਲੰਘ ਗਏ।
ਉਹ ਪਿੰਡ ਵਾਲਿਆਂ ਨੇ ਕਿਹਾ, ਜਦੋਂ ਪਿੰਡਾਂ ਨੂੰ ਸਮਝ ਆਈ, ਉਹਨੇ ਕਿਹਾ ਤੁਸੀਂ ਤੇ ਇੰਨੇ ਵੱਡੇ ਲੈਕਚਰ ਦਿੰਦੇ ਹੋ ਤੇ ਤੁਸੀਂ ਵੀ ਲੰਘ ਕੇ ਵਿਖਾਓ ਨਾ। ਹੁਣ ਮੌਲਵੀ ਅੰਦਰ ਪੈਰ ਨਾ ਰੱਖੇ, ਕਿਉਂਕਿ ਉਹਦਾ ਤਾਂ ਯਕੀਨ ਹੀ ਮਜ਼ਬੂਤ ਨਹੀਂ ਸੀ। ਉਹ ਪਿੰਡ ਵਾਲਾ ਚੁੱਕ ਚੁੱਕ ਕੇ ਮੌਲਵੀ ਨੂੰ ਵਿੱਚ ਰੱਖਿਆ ਤੇ ਮੌਲਵੀ ਡੁੱਬ ਗਿਆ। ਉਹਨੇ ਕਿਹਾ ਕੱਢੋ ਬਾਹਰ। ਮੌਲਵੀ ਸਾਹਿਬ ਤੁਸੀਂ ਤਬਲੀਗ ਕਰ ਰਹੇ ਸੀ ਤੇ ਆਪ ਤੁਸੀਂ ਜਾਂਦੇ ਨਹੀਂ ਪਏ ਤੇ ਖੋਖਰ ਲੰਘ ਗਿਆ ਜੀ। ਹੁਣ ਇਹਨੇ ਅਗਰ ਡੀਏਪੀ ਨਹੀਂ ਪਾਈ, ਮੈਂ ਨਹੀਂ ਕਿਸੇ ਨੂੰ ਕਹਾਂਗਾ ਕਿ ਇਹ ਕੰਮ ਤੁਸੀਂ ਕਿ ਨਾਮ ਹੈ ਨਹੀਂ ਕਰਨਾ ਚਾਹੀਦਾ, ਪਰ ਉਹਦਾ ਪਤਾ ਨਹੀਂ, ਉਹਦਾ ਬਲੀਵ ਅੱਲਾ ਤੇ ਔਰ ਅੱਲਾ ਦੇ ਨੌਕਰ ਤੇ ਜਿਹੜਾ ਨਾ ਕਿ ਪਿੱਛੇ ਦੁਆ ਤੇ ਬੈਠੇ ਨੇ, ਤੇ ਉਹਨੇ ਨਹੀਂ ਪਾਈ ਤੇ ਉਹ ਮਾਸ਼ਾਅੱਲਾ ਫਿਰ ਅੱਗੇ ਲੰਘ ਗਿਆ। ਹਾਂਜੀ, ਨਾਲ ਦਾ ਰਹਿ ਗਿਆ। ਫਿਰ ਅਸੀਂ ਤੇ ਕਿਸੇ ਆਸੇ ਸੈਯਦ ਤੇ ਕਿਸੇ ਆਸੇ ਬਦਦੁਆ ਨਹੀਂ ਨਾ ਕਰਦਾ, ਉਹ ਤੇ ਕਹਿੰਦਾ ਕਿ ਹਰ ਇੱਕ ਨੂੰ ਮਾਲਕ ਦਵੇ। ਜਿਹੜਾ ਬਦਦੁਆ ਕਰਦਾ ਸੈਯਦ ਨਹੀਂ, ਕਿਉਂਕਿ ਨੌਕਰ ਜੋ ਹੋਇਆ ਤੇ ਉਹ ਜ਼ਰਾ ਅਸੀਂ ਜ਼ਰਾ ਤੁਹਾਡਾ ਜ਼ਰਾ ਹੈਡ ਨੌਕਰ ਆ, ਤੁਸੀਂ ਛੋਟੇ ਨੌਕਰ, ਅਸੀਂ ਜ਼ਰਾ ਵੱਡੇ ਆ ਤਬਲੀਗ ਦੇ ਲਿਹਾਜ਼ ਨਾਲ। ਹਾਂਜੀ, ਮਾਲ ਦੇ ਲਿਹਾਜ਼ ਨਾਲ ਨਹੀਂ। ਤੇ ਉਹ ਕਿਉਂਕਿ ਦੀਨ ਹੀ ਸਾਡੇ ਬਜ਼ੁਰਗਾਂ ਤੋਂ ਆਇਆ, ਤੇ ਉਹ ਫਿਰ ਜਦੋਂ ਬਜ਼ੁਰਗਾਂ ਤੋਂ ਦੀਨ ਆਇਆ ਤੇ ਫਿਰ ਜ਼ਾਹਰ ਹੈ ਫਿਰ ਦੀਨ ਦੀ ਹਿਫਾਜ਼ਤ ਵੀ ਤੇ ਕਰਨਾ ਸਾਡਾ ਫਰਜ਼ ਹੈ ਨਾ। ਉਹ ਫਰਜ਼ ਹੀ ਨਿਭਾ ਰਹੇ ਆ ਇੱਥੇ ਤੁਹਾਡੇ ਕੋਲ ਆ ਕੇ ਨਾ। ਤੇ ਇਹ ਜਿਹੜੀ ਮੈਂ ਚੀਜ਼ ਬਣਾਈ ਹੈ, ਮੈਂ ਕਿਹਾ ਅੱਲਾ ਮੀਆਂ ਕੋਈ ਮੈਂ ਐਸਾ ਕੰਮ ਕਰਾਂ 25 ਸਾਲ ਲਾਜ ਤੇਰੇ ਤੇ ਕਿ ਕਿਸ ਤਰ੍ਹਾਂ ਇਕੱਠੇ ਕੀਤਾ ਜਾਏ, ਕਿਸ ਤਰ੍ਹਾਂ ਦਿਲਾਂ 'ਚ ਪਾਇਆ ਜਾਏ, ਕਿਹੜਾ ਕੋਈ ਐਸਾ ਕੰਮ ਕੀਤਾ ਜਾਏ ਜਿਹਦੀ ਵਜ੍ਹਾ ਨਾਲ ਸਾਰੇ ਇਕੱਠੇ ਹੋਣ। ਅੱਛਾ, ਲੋਕਾਂ ਦਾ ਇਲਾਜ ਕੀਤਾ, ਦੁਆ ਕਰ ਕਰਕੇ ਉਹਨਾਂ ਨੂੰ ਅੱਲਾਹ ਵਕਰ ਪੜਾਇਆ, ਪਤਾ ਹੀ ਨਹੀਂ ਕਿੰਨੀ ਤਾਦਾਦ ਦੇ ਪੜਾ ਚੁੱਕੇ हैं, ਗੋਰੇ ਕੀ, ਕਾਲੇ ਕੀ, ਹਾਂਜੀ ਅਰਬੀ ਕੀ, ਇਮਾਮ ਕਾਬਾ ਦਾ ਮੈਂ ਇਲਾਜ ਕੀਤਾ, ਉਹਨਾਂ ਦੀ ਵੀਡੀਓ ਵਿੱਚ ਹੈ। ਹਾਂਜੀ, ਸਾਰੇ ਯਤਨ ਲਾ ਦਿੱਤੇ, ਪਰ ਜਿਹੜੇ ਸਾਡੇ ਲੋਕ ਸਨ ਉਹ ਟਸ ਤੋਂ ਮਾਸੀ ਨਹੀਂ ਹੋਏ। ਉਹਨਾਂ ਕਿਹਾ ਕਿਹੜੀ ਵੱਡੀ ਗੱਲ ਹੈ। ਅੱਛਾ, ਕੀਤਾ ਕੀ? ਅੱਛਾ, ਹੁਣ ਜਿਹੜਾ ਮੈਂ ਅੱਲਾ ਦਾ ਸਪੈਸ਼ਲ ਨੌਕਰ ਹਾਂ ਨਾ, ਮੇਰੇ ਕੋਲ ਨਾ, ਕਿਉਂਕਿ ਅੱਲਾ ਨੇ ਕੁਰਾਨ ਜੋ ਕਹਿਤਾ ਕਿ ਝੂਠੇ ਤੇ ਲਾਨਤ ਹੈ, ਤੇ ਹਾਂ ਇੱਕ ਚੀਜ਼ ਨਾਲ ਮੈਂ ਸਾਰਿਆਂ ਨੂੰ ਇੰਜ ਕਰ ਸਕਦਾ ਸੀ। ਉਹ ਇਹ ਸੀ ਕਿ ਜ਼ਰਾ ਦਾੜੀ ਜ਼ਰਾ ਅੱਛੀ ਜਿਹੀ ਰੱਖ ਕੇ ਤੇ ਜਨਾਬ 3 4 5 ਮਲੰਗ ਨਾਲ ਰੱਖਦਾ, ਮਨਕਿਆਂ ਵਾਲੇ, ਤੇ ਨਾਲ ਦੋਰੇ ਸ਼ੋਰੇ ਫੜਦਾ ਤੇ ਜਨਾਬ ਅੱਲਾ ਦੇ ਨਾਰੇ ਲਾਉਂਦਾ ਹੁੰਦਾ, ਉਹ ਬਾਬਾ ਜੀ ਆ ਗਏ ਨੇ ਜਨਾਬ, ਫੂਕ ਮਾਰ ਕੇ। ਤੇ ਦੂਜਾ ਕਹਿੰਦਾ ਯਾਰ ਨਾਲ ਕੁਛ ਦਿਓ ਨਾ ਜਨਾਬ, ਖਰਚੇ ਵੀ ਨੇ, ਗੱਡੀ 'ਚ ਪੈਟਰੋਲ ਵੀ ਪੈਣਾ ਹੈ। ਇਹ ਜਨਾਬ ਦਰਬਾਰ ਸ਼ਰੀਫ ਤੇ ਲਾਣਾ, ਪਿੱਛੇ ਆਪਣੇ ਬਜ਼ੁਰਗਾਂ ਦੀ ਫੋਟੋ ਲਾਈ ਹੁੰਦੀ ਤੇ ਉਹਨਾਂ ਦੀ ਫੋਟੋ ਲਾ ਕੇ ਤੇ ਜਨਾਬ ਚੱਲ ਤੇਰੀ, ਤੇ ਫਿਰ ਬੜਾ ਵਧੀਆ ਕੰਮ ਚੱਲਣਾ। ਫਿਰ ਦੁਨੀਆ ਹੀ ਦੁਨੀਆ ਨਹੀਂ ਸੀ, ਨਾਲ ਕੋਈ ਮੌਲਵੀ ਵਧੀਆ ਜਾਂ ਨਾਤ ਖਾਨ ਲੱਭਦਾ, ਨਾਲ ਕੁਆਲ ਲੱਭਦਾ, ਔਰ ਇਹ ਜਨਾਬ ਉਹਨਾਂ ਨੂੰ ਕਹਿੰਦਾ ਸੁਰ ਤੋਂ ਚੁਣ ਕੇ ਰੱਖੋ, ਤੇ ਬਾਬਾ ਜੀ ਤੇ ਪੈਸੇ ਸੁੱਟਦੇ ਜਾਂਦੇ ਜਨਾਬ, ਔਰ ਬਾਬਾ ਜੀ ਮਜਮੇ 'ਚ ਦੁਆ ਕਰ ਰਹੇ ਨੇ ਜਨਾਬ, ਬੰਦਾ ਠੀਕ ਹੋ ਕੇ ਦੌੜ ਰਿਹਾ। ਮੈਂ ਕਿਹਾ ਅੱਲਾ ਮੀਆਂ ਮੈਂ ਝੂਠ ਨਹੀਂ ਬੋਲ, ਅਗਰ ਹੁਲੀਆ ਬਦਲ ਕੇ ਤਬਲੀਗ ਕਰਨੀ ਹੈ ਤੇ ਮੇਰੇ ਕੋਲ ਨਹੀਂ ਹੋਣੀ। ਅੱਛਾ, ਹੁਣ ਮਾਲਕ ਵੀ ਟੈਸਟ ਲੈ ਰਿਹਾ ਨਾ, ਉਹ ਦੇਖ ਰਿਹਾ। ਅੱਛਾ, ਬਾਹਰ ਗਿਆ, ਉੱਥੇ ਜਾ ਕੇ ਜਿਹਦੇ ਸੇ ਦੁਆ ਕਰਾਂ ਉਹ ਵੀ ਠੀਕ ਹੋਇਆ, ਜਿਹਦੇ ਸੇ ਦੁਆ ਕਰਾਂ। ਫਿਰ ਉੱਥੇ ਸਾਰੇ ਉੱਥੇ ਦੇ ਚੈਨਲ ਆ ਗਏ, ਮੀਡੀਆ ਆ ਗਿਆ, ਟਿਕਟਾਕਰ ਆ ਗਏ, ਉਹ ਬੜਾ ਰਸ਼ ਪੈ ਗਿਆ। ਮੈਂ ਕਿਹਾ ਮਾਲਕ ਅੱਜ ਤੇ ਮੇਰੀ ਖੈਰ ਨਹੀਂ ਹੈ, ਇਹਨਾਂ ਤੇ ਪਾਕਿਸਤਾਨ ਦੇ ਚਲੋ ਬੰਦਾ ਫੋਨ ਸ਼ੋਨ ਕਰ ਲੈਂਦਾ ਨਾ, ਯਾਰ ਮਿਹਰਬਾਨੀ ਚਲਾਈ ਨਾ ਜ਼ਰਾ ਵੀਡੀਓ ਨਾ, ਤੇਰੀ ਮਿਹਰਬਾਨੀ ਯਾਰ ਥੋੜਾ ਜਿਹਾ, ਪਰ ਉੱਥੇ ਤੇ ਨਹੀਂ ਕਰ ਸਕਦਾ ਨਾ। ਉੱਥੇ ਫਿਰ ਚਮਚੀ ਫੜੀ ਸੀ ਬੰਦੇ ਨੇ, ਤੁਸੀਂ ਉਹ ਵੀਡੀਓ ਦੇਖਣਾ ਨਾ ਦਿਖਾਣਾ, ਉਹ ਚਮਚੀ ਨੂੰ ਕਿਹਾ ਚੱਲ ਤੂੰ ਹੀ ਨੌਕਰੀ ਕਰ ਲੈ, ਮੈਂ ਤੇ ਇਹਨੇ ਸੰਭਾਲ ਨਹੀਂ ਸਕਦਾ। ਉਹ ਜਿਹਨੂੰ ਚਮਚੀ ਲਾਉਂਦੇ ਕਿ ਉਹ ਠੀਕ ਹੁੰਦਾ ਗਿਆ। ਬਿਲਕੁਲ, ਉਸ ਦਿਨ ਮਾਸ਼ਾਅੱਲਾ ਰਸ਼ ਬਹੁਤ ਜ਼ਿਆਦਾ ਸੀ। ਨਹੀਂ, ਮੈਂ ਬਾਹਰ ਦੀ ਗੱਲ ਕਰ ਰਿਹਾ, ਇੱਥੋਂ ਦੀ ਗੱਲ ਛੱਡਦੇ ਹੋਏ, ਇੱਥੋਂ ਦੀ ਗੱਲ ਨਾ ਕਰੋ। ਉਹ ਚਮਚੀ ਕੰਮ ਕਰਦੇ, ਉਹ ਲੋਕ ਕਹਿ ਰਹੇ ਚਮਚੀ ਦੇ ਅੰਦਰ ਕੁਛ ਹੈ। ਮੈਂ ਫਿਰ ਸਿਰ ਫੜ ਕੇ ਬਹਿ ਗਿਆ, ਯਾਰ ਮੈਂ ਕੀ ਕਰਾਂ। ਉਹਨਾਂ ਨੂੰ ਅੱਲਾਹੁ ਅਕਬਰ ਪੜ੍ਹਾ ਰਹੇ ਆ, ਚਮਚੀ ਲੱਗਦੀ ਜਾ ਰਹੀ ਹੈ, ਉਹ ਕਹਿੰਦੇ ਚਮਚੀ ਫੇਰੋ, ਚਮਚੀ ਦੇ ਅੰਦਰ ਕੁਛ ਹੈ। ਉਹ ਮੈਂ ਕਿਹਾ ਮਾਲਿਕ ਕੋਈ ਮਿਹਰਬਾਨੀ ਕਰੋ। ਇਹ ਕਰਦੇ ਨਾ ਫਿਰ ਸਮਝ ਆਈ ਨਾ ਕਿ ਰਿਜ਼ਕ ਦੀ ਜਿਹੜੀ ਹੈ ਨਾ ਵੰਡ, ਉਹ ਜ਼ਮੀਨਾਂ ਤੋਂ ਆਉਂਦੀ ਹੈ। ਫਿਰ ਮਾਲਕ ਨੇ ਮੈਨੂੰ ਕਿਹਾ ਵੀ ਇੱਧਰ ਆ ਜਾ। ਉਹ ਇੱਧਰ ਜਦੋਂ ਆਇਆ, ਰਾਣਾ ਸਾਹਿਬ ਦੀ ਜ਼ਮੀਨ ਨੂੰ ਜਦੋਂ ਮੈਂ ਫੜਿਆ 1 ਏਕੜ ਨੂੰ, ਅੱਛਾ ਮੈਂ ਹੁਣ ਕੰਮ ਕਿਤੇ ਹੋਰ ਕਰ ਰਿਹਾ ਸੀ, ਡਿਊਟੀ ਇੱਥੇ ਲੱਗ ਗਈ। ਕੰਮ ਕਿਤੇ ਹੋਰ ਕਰ ਰਿਹਾ ਸੀ, ਤੇ ਉਹ
ਉਧਰ ਵੱਡੇ ਜ਼ਰਾ ਜ਼ਿਮੀਂਦਾਰ ਸਨ। ਉਧਰੋਂ ਮੈਂ ਡਿਸਾਈਡ, ਮੈਂ ਕਿਹਾ ਯਾਰ ਵੱਡੇ ਬੰਦੇ ਨੇ, ਵੱਡੀਆਂ ਗੱਲਾਂ ਕਰਦੇ ਨੇ। ਤੇ ਰਾਣਾ ਸਾਹਿਬ ਨੂੰ ਜਦੋਂ ਮੈਂ ਦੇਖਿਆ ਤੇ ਇਹਨਾਂ ਨੇ ਕਿਹਾ ਜੀ ਮੇਰੇ ਪਤਨੀ 2-3-4 ਏਕੜ ਨੇ। ਮੈਂ ਇਹਨਾਂ ਦੇ ਏਕੜ, ਮੈਂ ਕਿਹਾ ਰਾਣਾ ਸਾਹਿਬ ਕੋਈ ਭੈੜਾ ਜਿਹਾ ਏਕੜ ਦੇ ਦਿਓ ਸਾਨੂੰ, ਅਸੀਂ ਲੱਗੇ ਰਵਾਂਗੇ ਜੀ। ਤੇ ਇਹਨਾਂ ਦਾ ਜਦੋਂ ਮੈਂ ਏਕੜ ਤੇ ਰਾਣਾ ਸਾਹਿਬ ਮੇਰਾ ਫੋਨ ਨਹੀਂ ਚੁੱਕਦੇ ਸਨ। ਮਾਜ਼ਰ ਮੈਂ ਕਿਹਾ ਅੱਲਾ ਮੀਆਂ ਅੱਗੋਂ ਰਾਜਪੂਤ ਲੱਭ ਗਿਆ, ਹਾਂਜੀ, ਤੇ ਮੈਂ ਕਿੱਥੇ ਜਾਵਾਂ, ਤਬਲੀਗ ਕਿੱਥੇ ਕਰਾਂ, ਅੱਗੋਂ ਰਾਜਪੂਤ ਵੀ ਡਾਟਾ। ਉਹ ਮੈਂ ਕਿਹਾ ਰਾਣਾ ਸਾਹਿਬ ਫੋਨ ਚੁੱਕ ਲਿਆ ਕਰੋ, ਰਾਣਾ ਸਾਹਿਬ ਫੋਨ ਚੁੱਕ ਲਿਆ ਕਰੋ। ਅੱਛਾ, ਉਹ ਜਿਵੇਂ ਜਿਵੇਂ ਫਸਲ ਨੇ ਨਜ਼ਾਰਾ ਵਹਾਣਾ ਸ਼ੁਰੂ ਕੀਤਾ ਤੇ ਉਵੇਂ ਉਵੇਂ ਰਾਣਾ ਸਾਹਿਬ ਮੇਰੇ ਨਜ਼ਦੀਕ ਹੁੰਦੇ ਗਏ। ਤੇ ਫਿਰ ਮੈਂ ਨਾ ਉੱਥੇ ਹੀ ਬਹਿ ਕੇ ਨਮਾਜ਼ ਪੜ੍ਹਨੀ ਤੇ ਉੱਥੇ ਹੀ ਨਾ ਅਸੀਂ ਲੰਗਰ ਸ਼ੰਗਰ ਕਰ ਲੈਣਾ। ਬਲਕਿ ਪਹਿਲੇ ਤਾਂ ਮੈਂ ਕੀਤਾ ਹੀ ਨਹੀਂ ਨਾ, ਉਹ ਵੀ ਰੋਜ਼ਿਆਂ 'ਚ, ਕਿੰਨਾ ਮੈਂ ਰੋਜ਼ੇ ਦਾ ਟਾਈਮ ਹੋ ਗਿਆ ਤੇ ਫਿਰ ਮੈਂ ਕਿਹਾ ਯਾਰ ਇੱਥੇ ਮੰਜੀ, ਹੁਣ ਉੱਥੇ ਤਾਂ ਹਨੇਰਾ ਕੁੱਪ ਹੋਣਾ ਚਾਹੀਦਾ, ਪਰ ਉੱਥੇ ਮੰਜੀ ਖੁੱਲੇ ਸਮਾਨ ਥੱਲੇ ਬੈਠੇ ਤੇ ਜਨਾਬ ਚਾਨਣ ਹੀ ਚਾਨਣ, ਹਰ ਸ਼ੈ ਨਜ਼ਰ ਆਏ। ਤੇ ਉੱਥੇ ਰੋਜ਼ਾ ਖੋਲਿਆ। ਫਿਰ ਆਸਤਾ ਆਸਤਾ ਜਦੋਂ ਇਹਨਾਂ ਨੂੰ, ਫਿਰ ਮੈਂ ਕਿਹਾ ਤਬਲੀਗ ਕਰੋ ਰਾਣਾ ਸਾਹਿਬ, ਤਬਲੀਗ ਕਰੋ, ਕਿਉਂਕਿ ਰਿਜ਼ਕ ਦੀ ਜਿਹੜੀ ਵੰਡ ਹੈ ਨਾ ਉਹ ਜ਼ਮੀਨ ਤੋਂ ਹੈ। ਮੁਰਸ਼ਿਦ ਜੀ, ਉਹ ਚਾਨਣ ਦਾ ਵੀ ਦੱਸੋ ਨਾ, ਵੀ ਚਾਨਣ ਕਿਸ ਤਰ੍ਹਾਂ ਆਇਆ ਸੀ? ਯਾਰ ਤੁਸੀਂ ਦੱਸੋ ਨਾ। ਅੱਛਾ, ਆਪਣਾ ਨੋਮੀ ਨਹੀਂ ਛੋਟਾ, ਉਹ ਕਹਿਣ ਲੱਗਾ ਲੋ ਜੀ ਤੂੰ ਇੱਥੇ ਹਨੇਰਾ ਹੋ ਗਿਆ, ਤੁਸੀਂ ਮੁਰਸ਼ਿਦ ਨੂੰ ਇੱਥੇ ਬਿਠਾਇਆ, ਚਲੋ ਡੇਰੇ ਲੈ ਕੇ ਉੱਥੇ ਅਫਤਾਰੀ ਕਰਾਣੀ ਹੈ। ਤੇ ਇਸ ਤਰ੍ਹਾਂ ਨੋਮੀ ਖੜਾ ਹੈ, ਇਸ ਤਰ੍ਹਾਂ ਅਸੀਂ ਸਾਰੇ ਬੈਠੇ, ਖੁਦ ਸਾਰੇ ਪਰੇਸ਼ਾਨ ਵੀ, ਵਾਕਈ ਹਨੇਰਾ ਤੇ ਮੱਛਰ। ਇਹ ਠੀਕ 2 ਮਿੰਟ ਬਾਅਦ ਜਿੰਨੇ ਜਗ੍ਹਾ ਤੇ ਬੈਠੇ ਸੀ, ਮਾਸ਼ਾਅੱਲਾ ਚੰਨ ਸਿਰ ਦੇ ਉੱਤੇ, ਤੇ ਇੰਜ ਜਿਵੇਂ ਚਾਨਣੀ ਰਾਤ ਹੁੰਦੀ, 14ਵੀਂ ਦਾ ਚੰਨ ਹੁੰਦਾ, ਨਾ ਕੋਈ ਨੇੜੇ ਮੱਛਰ। ਤੇ ਅਫਤਾਰੀ ਦਾ ਟਾਈਮ ਹੋਇਆ, ਮੁਰਸ਼ਿਦ ਨੇ ਦੁਆ ਕਰਕੇ ਤੇ ਆਪਣਾ ਅਫਤਾਰੀ ਸ਼ੁਰੂ ਕਰ ਦਿੱਤੀ। ਜਦੋਂ ਤੱਕ ਅਫਤਾਰੀ ਕਰਕੇ ਉੱਥੋਂ ਉੱਠੇ ਨੇ, ਉਦੋਂ ਤੱਕ ਉੱਤੇ ਇਸ ਤਰ੍ਹਾਂ ਚੰਨ ਨਹੀਂ ਰਿਹਾ। ਨੋਮੀ ਛੋਟਾ ਹੈਗਾ, ਅੱਲਾ ਦਾ ਨੌਕਰ ਹੀ ਅਸੀਂ। ਮੈਂ ਤਾਂ ਕਿਹਾ ਨੌਕਰੀ 'ਚ ਆ ਜਾਓ ਸਾਰੇ। ਹੁਣ ਤੁਸੀਂ ਦੇਖੋ ਕਿ ਰਿਜ਼ਕ ਦੀ ਵੰਡ ਜ਼ਮੀਨ ਤੋਂ ਕਿਸ ਤਰ੍ਹਾਂ ਹੁੰਦੀ ਹੈ। अल्लाह ने कुरान ही खुद ही क्या था कि एक दाने से बालिए और बालियों से बालिए, माशाल्लाह। और आप ही तो दसदा पे कि करना किस तरह, रस्ता भी दिखा रहे हैं, पर सानू ते समझण दी लोड़ है ना कि असीं किस तरह समझना। एक मिनट सार, एक मिनट बैठ जाओ। अच्छा, सानू ते दस्सण दी लोड़ है ना। अच्छा, मैं फिर ना ਉਹਦੇ ਪਿੱਛੇ ਲੱਗ ਗਿਆ, ਉਹਦੇ ਪਿੱਛੇ ਲੱਗਦੇ 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 ਮਾਸ਼ਾਅੱਲਾ 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 ਇਸ ਕਰਕੇ ਕਹਿ ਰਹੇ ਹਾਂ ਕਿ ਆਪਣੇ ਮਾਲਕ ਨੂੰ ਮਾਸ਼ਾਅੱਲਾ ਕਹਿ ਰਹੇ ਹਾਂ। ਇਹਨੂੰ ਮਾਸ਼ਾਅੱਲਾ ਨਹੀਂ ਕਹਿ ਰਹੇ, ਮਾਲਕ ਨੂੰ ਮਾਸ਼ਾਅੱਲਾ ਕਹਿ ਰਹੇ। ਜਿੱਥੇ ਆਲੂ ਲੱਗੇ ਨੇ ਮੇਰੇ ਸਾਹੀਵਾਲ, ਤੇ ਉਹ ਮਿਰਜ਼ਾ ਸਾਹਿਬ 15 ਸਾਲ ਪਹਿਲੇ ਮੈਨੂੰ ਜਾਣਦੇ ਸੀ, ਪਹਿਲੇ ਵੀ ਉਹਨਾਂ ਨੇ ਕੀਤਾ, ਪਰ ਮੈਂ ਪਹਿਲੇ ਤਬਲੀਗ ਹੀ ਨਹੀਂ ਸੀ, ਪਹਿਲੇ ਮੈਂ ਦੁਕਾਨਦਾਰ ਸੀ, ਬਿਜ਼ਨਸਮੈਨ ਸੀ ਜਨਾਬ। ਮਾਲ ਮੇਰਾ ਵਿਕਦਾ ਸੀ, 5-5 6-6 ਗੱਡੀਆਂ, ਸਾਰਾ ਕੁਝ ਮੌਜਾਂ। ਮੈਨੂੰ ਸਿਰਫ ਪੈਸਾ ਚਾਹੀਦਾ ਸੀ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਬੈਂਕ ਭਰਿਆ ਹੋਣਾ ਚਾਹੀਦਾ ਸੀ ਤੇ ਮੈਨੂੰ ਕੋਈ ਪਰਵਾਹ ਨਹੀਂ ਸੀ ਕਿ। ਪਰ ਜਦੋਂ ਪਤਾ ਲੱਗਾ ਨਾ ਮਾਲਕ ਦਾ, ਤੇ ਫਿਰ ਇਹ ਵੀ मालिक ने किया कि तुम जोड़ते हो, इकट्ठा करते हो, फिर जब मैं तुम्हें बुला लेता हूं तो फिर कहते हो कि एक दफा वापस जाने थे, मैं सब तेरी राह में दे के आऊं। तो मैं क्या जो उदो जाके जो पिटना है, हाँ जी, 2-2 हथी, तो पहले ही बंदे दे पुत्र बन जाओ। मालिक को जो जाए कहना कि दे के आने हैं, ते वो फिर अल्लाह कहता फिर मैं हूं ते नहीं बई, हूं तो टाइम मुक गया। ਉਹ ਦਿਮਾਗ ਇਹ ਗੱਲ ਬੈਠੀ। ਮੈਂ ਤੁਹਾਨੂੰ ਨਾਲ ਦੱਸ ਰਿਹਾ ਕਿ ਮੈਂ ਕਿਸ ਤਰ੍ਹਾਂ ਇੱਧਰ ਆਇਆ। ਅੱਜ ਪਹਿਲੀ ਦਫਾ ਤੁਹਾਨੂੰ ਦੱਸਣ ਲੱਗਾ, ਮੈਂ ਕਿਸੇ ਨੂੰ ਨਹੀਂ ਕਦੀ ਇਹ ਗੱਲਾਂ ਕੀਤੀਆਂ। ਤੇ ਫਿਰ ਮੈਂ ਕਿਹਾ ਜਦੋਂ ਮਾਲਕ ਕੋਲੋਂ ਜਾ ਕੇ ਤੇ ਫਿਰ ਕੁਝ ਹੋਣਾ ਹੀ ਨਹੀਂ, ਉਹ ਦਫਾ ਕਰੋ ਯਾਰ। ਜਿਹੜਾ ਮੁਕੱਦਰ ਦਾ ਉਹ ਮਿਲ ਜਾਣਾ, ਤੇ ਜਿਹੜਾ ਨਹੀਂ ਹੈ ਤੇ ਫਿਰ ਓਨਾ ਹੀ ਰੱਖਦਾ ਜਿੰਨੀ ਮੇਰੀ ਜ਼ਰੂਰੀਅਤ ਹੈ, ਤੇ ਉਸ ਤੋਂ ਬਾਅਦ ਲੋੜ ਹੀ ਕੋਈ ਨਹੀਂ। ਜਦੋਂ ਇੱਥੇ ਰਹਿਣਾ ਹੀ ਨਹੀਂ ਤੇ ਫਿਰ ਕੀ ਕਰਨਾ, ਕਰਕੇ ਭਲਾ ਹੀ ਕਰ ਜਾਓ। ਤੇ ਫਿਰ ਮਾਲਕ ਨੇ ਕਿਹਾ, ਮੈਂ ਉਹਦੀ ਬਰਕਤਾਂ ਦੱਸਾਂ। ਹੁਣ ਉੱਥੇ ਆਲੂ ਲੱਗੇ ਨੇ, ਕਹਿੰਦੇ ਸ਼ਾਹ ਜੀ ਮੈਂ ਤੁਹਾਨੂੰ ਕੀ ਦੱਸਾਂ, ਵੱਲ ਹੈ ਤੇ ਵੱਧਦੀ ਜਾ ਰਹੀ ਹੈ, ਤੇ ਆਲੂ ਹੈ ਤੇ ਲੱਗਦੇ ਹੀ ਜਾ ਰਹੇ।
ਉਹ ਵੀਡੀਓ ਤੁਹਾਨੂੰ ਮੈਂ ਸ਼ੇਅਰ ਕਰਾਂ, ਮੈਂ ਜਾਣਾ ਹੈ। ਤੇ ਜਿਹੜਾ ਥੋੜਾ ਜਿਹਾ ਹੋਰ 2 ਕਿਲੋਮੀਟਰ ਤੇ ਹੈ, ਉਹ ਵੀ ਕਹਿੰਦਾ ਕਿ ਕਿਆ ਮੈਂ ਤੇ ਕੀ ਕੀਤਾ, ਤਬਲੀਗ ਤੇ ਲਗਾ ਦਿੱਤਾ। ਅਗਰ ਤੁਹਾਨੂੰ ਫਾਇਦਾ ਨਹੀਂ ਹੋਏਗਾ ਤਾਂ ਤੁਸੀਂ ਪਾਓਗੇ ਹੀ ਨਹੀਂ। ਤੇ ਕਿਹਾ ਮਾਲਕ ਫਾਇਦੇ ਵਾਸਤੇ ਤੇ ਕਰਦੇ ਨਹੀਂ ਪਿਆ, ਤਬਲੀਗ ਵਾਸਤੇ ਕਰਦਾ ਪਿਆ ਜੀ। ਕਿ ਇਹ ਦਿਨ ਅਸੀਂ ਰਾਤਲ ਮੁਸਤਕੀਮ ਤੇ ਆ ਜਾਣ। ਠੀਕ ਹੈ ਨਾ ਜੀ। ਹੁਣ ਉਹ ਕਹਿ ਰਹੇ ਨੇ ਕਿ ਅਸੀਂ ਤੇ ਜਨਾਬ ਅਸੀਂ ਤੇ 4 ਪਾਣੀ ਲਾ ਕੇ ਬਹਿ ਗਏ, ਖੁਰਾਕਾਂ ਪਾ ਦਿੱਤੀਆਂ ਨੇ, ਅੱਗੋਂ ਪਾਣੀ ਨਹੀਂ ਲੱਗਦਾ ਪਿਆ। ਜ਼ਮੀਨ ਪਾਣੀ ਮੰਗਦੀ ਨਹੀਂ ਪਈ, ਮੰਗੇ ਕਿਤੇ ਦੇਵਾਂਗੇ ਨਾ। अच्छा तगड़ा बंदा कहना हमने तो सोलर लगाया हुआ है, हमें तो परवाह ही कोई नहीं। और यार जेडे पीटर इंजन वाले ने उन्होंने तो परवाह है ना जी। तुसी ते अमीर बंदे हो ना, सोलर लाए ने, सारा कुछ है जी। और जेडे मेरे जैसे ने नौकर, उन्होंने तो पता ना कि डीजल किवें पाना है ते पीटर इंजन किवें चलाना है ते उन्होंने रिपेयर किवें करना है। उन्होंने तो फायदा देना ना। ते मैं फिर अल्लाह नाल धैया कीता कि ऐ मेरे अल्लाह, ऐ मेरे मालक, मैं थल्ले वालियां कोल ही रहना, मैं उत्ते वालियां कोल नहीं जाना। इस करके तुहानू प्यार करन आना कि मैनू पता ही नहीं सी जिंदगी च कि 2 3 एकड़ 5 एकड़ भी हुंदे ने। मैं कहना मेरी नहीं ना पता सी ना, जो बंदा माल इकट्ठा कर रहा होंदा नहीं पता होंदा, थल्ले तो वेख ही नहीं रहा होंदा, वो वेख ही उत्ते रहा होंदा। तो मैं कहना सी 200 एकड़ 300 एकड़ 400 ਇਹ ਜ਼ਮੀਨਾਂ ਹੁੰਦੀ, ਬੜਾ ਕੋ ਮਾੜਾ ਹੋਏਗਾ ਤੇ ਕੋਈ 20 25 ਏਕੜ ਹੁੰਦੇ। ਉਹ ਰਾਣਾ ਸਾਹਿਬ ਨੇ ਦੱਸਿਆ ਇੱਥੇ ਤੇ 2 ਏਕੜ 3 ਏਕੜ 4 ਏਕੜ ਦਾ ਗੁਜ਼ਾਰਾ ਹੋ ਰਿਹਾ। ਤੇ ਫਿਰ ਕਿ ਇੱਥੇ ਡੇਰੇ ਲਾ ਲਓ, ਫਿਰ ਇੱਥੇ ਡੇਰੇ ਲਾ ਲਿੱਤੇ। ਹੁਣ ਰਾਣਾ ਸਾਹਿਬ ਨੇ ਕਿਹਾ ਜੀ ਕੁਝ ਐਸੇ ਵੀ ਨੇ ਜਿਹੜੇ ਤੰਗ ਹੋ ਗਏ ਨੇ ਖਾਦਾਂ ਤੋਂ, ਤੇ ਹੁਣ ਖਾਦ ਖਰੀਦ ਕੇ ਦੇ ਰਹੇ ਨਾ, ਮੇਰੀ ਖਾਦ ਤੇ ਨਹੀਂ ਲਾਇਆ। ਕਿਉਂ? ਕਿ ਤੁਸੀਂ ਸੂਦ ਤੋਂ ਬਚ ਜਾਓ। ਕਹਿ ਕੇ ਸ਼ੁਰੂ ਕੀਤਾ ਕਿ ਤੁਸੀਂ ਸੂਦ ਤੋਂ ਬਚ ਜਾਓ। ਅੱਛਾ ਸੂਦ ਕੀ ਹੈ? ਜਿੱਥੇ ਪ੍ਰੋਫਿਟ ਆਏਗਾ ਉੱਥੇ ਸੂਦ ਹੈ। ਜਿੱਥੇ ਔਰ ਅੱਲਾਹ ਕੀ ਕਹਿ ਰਿਹਾ, ਮਾਲਕ ਕੀ ਕਹਿ ਰਿਹਾ ਕਿ ਮੇਰੇ ਨਾਲ ਜੰਗ ਹੈ। ਹੁਣ ਗਵਰਨਮੈਂਟ ਕਰ ਰਹੀ ਹੈ ਨਾ ਕਿ ਕਿਸ਼ਤਾਂ ਵਾਲੀਆਂ ਦੁਕਾਨਾਂ ਬੰਦ ਕਰ ਰਹੇ ਨੇ, ਕਿ ਜੀ ਸਾਰਾ ਹੁੰਦਾ ਪਿਆ ਨਾ, ਕਿਉਂਕਿ ਮਾਲਕ ਨੇ, ਤੁਸੀਂ ਜੋ ਮਰਜ਼ੀ ਕਹੋ ਨਾ, ਜਿਹਨੂੰ ਮਾਲਕ ਲਿਆਂਦਾ ਤੇ ਮਾਲਕ ਵੀ ਚੁਣ ਕੇ ਲਿਆਂਦਾ ਨਾ ਜੀ। ਹੁਣ ਸਾਊਦੀ ਅਰੇਬੀਆ ਚ ਅਗਰ ਸਖਤ ਨਾ ਬੰਦੇ ਹੋਣ ਤੇ ਜਨਾਬ ਮੇਰਾ ਖਿਆਲ ਸਾਡਾ ਪਾਕਿਸਤਾਨ ਸਾਰੀ ਇੱਟਾਂ ਲਾ ਕੇ ਲੈ ਆਵੇ, ਭੋਰ ਕੇ ਵੀ ਲੈ ਆਵੇ। ਸਖਤ ਕੋਲ ਹੀ ਹੁੰਦਾ ਨਾ ਜੀ। ਹੁਣ ਮਸਲਾ ਸਿਰਫ ਇੰਨਾ ਹੈ ਕਿ ਸੂਦ ਅੱਲਾ ਨਾਲ ਜੰਗ ਹੈ, ਤੇ ਅਸੀਂ ਜਦੋਂ ਪ੍ਰੋਫਿਟ ਦੇ ਕੋਈ ਕੰਮ ਕਰਾਂਗੇ ਔਰ ਅਗਲਾ ਵਿਚਾਰਾ ਮਾਰਿਆ ਗਿਆ ਹੋਵੇ ਤੇ ਉਹ ਜੰਗ ਹੈ। ਹੁਣ ਗੁਲਾਮ ਨਬੀ ਦੀ ਫਸਲ ਡੁੱਬ ਗਈ ਤੇ ਮੈਂ ਕਹਾਂ ਰਾਣਾ ਸਾਹਿਬ ਮੈਨੂੰ ਗੁਲਾਮ ਨਬੀ ਕੋ ਪੈਸੇ ਲੈ ਕੇ ਦਿਓ ਜੀ। ਗੁਲਾਮ ਨਬੀ ਜਾਏ ਭਾਂਡੇ, ਮੈਨੂੰ ਨਹੀਂ ਪਤਾ, ਮੈਨੂੰ ਮੈਂ ਗੁਲਾਮ ਨਬੀ ਤੇਰੇ ਕੋ ਪੈਸੇ ਲੈ ਲੈਣੇ ਨੇ। ਉਹ ਜ਼ਾਲਮ ਦੀ ਨਿਸ਼ਾਨੀ। ਪਰ ਜਿਗਰਾ ਕਿੱਥੋਂ ਲਿਆਈਏ? ਦਿਲ ਵੀ ਤਾਂ ਐਡਾ ਬੜਾ ਚਾਹੀਦਾ ਨਾ, ਦਿਲ ਚਾਹੀਦਾ ਕਿ ਨਹੀਂ ਚਾਹੀਦਾ? ਇਸ ਕਰਕੇ ਮੈਂ ਕੋਸ਼ਿਸ਼ ਕਰ ਰਿਹਾ ਤੁਸੀਂ ਇੱਕ ਤੇ ਅੱਛਾ, ਦੂਸਰਾ ਮੇਰੀ ਇੱਕ ਹੋਰ ਤੁਹਾਡੇ ਅੱਗੇ ਰਿਕੁਐਸਟ ਹੈ। ਇੱਕ ਤੇ ਰਾਣਾ ਸਾਹਿਬ ਨੇ ਤਰੀਕਾਕਾਰ ਦੱਸਤਾ ਕਿ ਇਹਨੂੰ ਅੱਲਾਹੁ ਅਕਬਰ ਪੜ੍ਹ ਕੇ ਪਾਣਾ। ਦੂਸਰਾ ਜਿੰਨੇ ਵੀ ਬੰਦੇ ਹੁਣ ਇਹਨੂੰ ਇਸਤੇਮਾਲ ਕਰਨਗੇ ਉਹ ਆਪਣੀ ਜ਼ਮੀਨਾਂ 'ਚ ਇੱਕ ਤਕੜੀ ਸੋਟੀ ਲੈ ਕੇ ਉਹ ਸੋਟੀ ਤੁਸੀਂ ਵਿੱਚ ਖੁਬਾਉਣੀ ਹੈ, ਔਰ ਉਹ ਸੋਟੀ ਨੂੰ ਫੜ ਕੇ ਤੇ ਤੁਸੀਂ ਅੱਲਾਹੁ ਅਕਬਰ ਜਦੋਂ ਜ਼ਮੀਨ ਤੇ ਜਾਓ ਉਹਨੂੰ ਫੜ ਕੇ ਅੱਲਾਹੁ ਅਕਬਰ ਪੜ੍ਹਨਾ ਹੈ। ਕਿਉਂਕਿ ਅਗਰ ਤੁਸੀਂ ਹਿਸਟਰੀ 'ਚ ਚਲੇ ਜਾਓ ਨਾ ਤੇ ਸੋਟੀ ਜਿਹੜੀ ਸਟਿਕ ਹੁੰਦੀ ਸੀ ਨਾ ਉਹ ਨਬੀਆਂ ਕੋਲ ਹੁੰਦੀ ਸੀ, ਨਬੀਆਂ ਦਾ ਸ਼ੇਰ ਹੈ। ਤੇ ਇਹ ਕਿਉਂਕਿ ਲੀਫ ਨਾਲ ਤਿਆਰ ਹੋਈ ਹੈ, ਪੱਤੇ ਨਾਲ ਤੁਸੀਂ ਦੇਖ ਲਓ, ਪੱਤੇ ਉਹ ਵੇਖ ਲਓ ਨਾ ਉੱਤੇ ਵੇਖਦੇ ਪਏ ਹੋ, ਤੇ ਇਹ ਪੱਤੇ ਸਬਜ਼ ਗੁੰਮਤ ਤੋਂ ਚੱਲ ਰਹੇ ਨੇ ਮੇਰੇ, ਠੀਕ ਹੈ ਨਾ ਜੀ। ਤੇ ਜਿਹੜੀ ਸਟਿਕ ਹੈ ਉਹ ਨਬੀਆਂ ਦਾ ਸ਼ੇਰ ਹੈ। ਉਹ ਲਾ ਕੇ ਉਹਨੂੰ ਫੜ ਕੇ ਝੂਠ ਨਾ ਬੋਲੋ, ਪਾਣੀ ਚੋਰੀ ਨਾ ਕਰੋ, ਬੇਈਮਾਨੀ ਨਾ ਕਰੋ, ਹੱਕ ਔਰ ਸੱਚ ਤੇ ਮਾਲਕ ਦੇ ਹਵਾਲੇ ਕਰ ਦਿਓ, ਤੇ ਵੇਖੋ ਕੀ ਬਣਦਾ। ਦੇਖੋ ਨਾ, ਇੱਕ ਨੂੰ ਘੋਲ ਕੇ ਪਾਣਾ। ਅੱਛਾ ਸਿਰਫ ਇੱਕ ਮਿਹਰਬਾਨੀ ਹੈ ਤੁਹਾਡੀ, ਮਿਹਰਬਾਨੀ ਮੇਰੀ, ਅਗਰ ਤੁਹਾਨੂੰ ਖੁਦਾ ਨਾ ਖਾਸਤਾ ਅੱਲਾ ਨਾ ਕਰੇ, ਕਿਉਂਕਿ ਮੈਂ ਤੇ ਮਾਲਕ ਕੋ ਕਦੀ ਨਾ ਸੁਣੀ ਨਹੀਂ, ਕਿਉਂਕਿ ਮਾਲਕ ਹੈ ਨਾ,
ਤੇ ਮਾਲਕ ਕੋਲੋਂ ਤੁਸੀਂ ਪਹਿਲੀ ਭੈੜੀਆਂ ਉਮੀਦਾਂ ਰੱਖੋਗੇ ਤੇ ਫਿਰ ਮਿਲੇਗਾ ਕੀ? ਮੈਂ ਵੈਸੇ ਤੁਹਾਨੂੰ ਦੱਸ ਰਿਹਾ ਕਿਉਂਕਿ ਦੁਨੀਆਦਾਰੀ ਵੀ ਦੱਸਣਾ ਜ਼ਰੂਰੀ ਹੈ ਨਾ। ਪਹਿਲੇ ਤੇ ਯਕੀਨ ਨੂੰ ਇੰਨਾ ਮਜ਼ਬੂਤ ਬਣਾ ਲਓ ਕਿ ਤੁਹਾਨੂੰ ਨੁਕਸਾਨ ਹੀ ਨਹੀਂ ਹੋਏਗਾ। ਤੇ ਜਦੋਂ ਤੁਸੀਂ ਯਕੀਨ ਨੂੰ ਕਮਜ਼ੋਰ ਕਰੋਗੇ ਤੇ ਫਿਰ ਨੁਕਸਾਨ ਵੱਟ ਤੇ ਪਿਆ। ਤਾਂ ਤੁਸੀਂ ਕਦੀ ਮੋਟਰਸਾਈਕਲ ਚਲਾਉਂਦੇ ਕਦੀ ਵੇਖਿਆ ਕਿ ਯਾਰ ਤੂੰ ਨੰਗਾਂਗੇ ਨੰਗਾਂਗਾ ਔਰ ਨੰਗਾਂਗੇ ਨੰਗਾਂਗਾ, ਤੇ ਜਦੋਂ ਤੁਸੀਂ ਕਹਿੰਦਾ ਨੰਗਾਂਗੇ ਨੰਗਾ ਤੁਸੀਂ ਡਿੱਗ ਪੈਂਦੇ ਹੋ। ਤੇ ਉਹ ਕਹਿੰਦੇ ਉਹ ਗਿਆ ਸਿੱਧਾ ਹੀ ਛੂੰ ਕਰਕੇ ਲੰਘ ਜਾਂਦੇ ਹੋ, ਯਾਰ ਉਹ ਲੰਘ ਗਿਆ। ਦੇਖੋ ਨਾ, ਇਹ ਹੀ ਮਾਲਕ ਦਾ ਸਿਸਟਮ ਹੈ। ਜਦੋਂ ਤੁਸੀਂ ਕਹਿੰਦਾ ਨਾ ਉੱਥੇ ਬੈਠਾ ਸਾਨੂੰ ਪਰਵਾਹ ਹੀ ਨਹੀਂ, ਤੇ ਤੁਹਾਨੂੰ ਕੁਛ ਹੋਣਾ ਹੀ ਨਹੀਂ। ਤੇ ਆਪਣੇ ਯਕੀਨ ਨੂੰ, ਈਮਾਨ ਨੂੰ ਮਜ਼ਬੂਤ ਕਰੋ। ਅੱਲਾ ਫਿਰ ਖੁਦ ਹੀ ਅੱਲਾ ਕਹਿ ਰਿਹਾ ਕੁਰਾਨ, ਮੇਰੀ ਰੱਸੀ ਕੋ ਮਜ਼ਬੂਤੀ ਸੇ ਥਾਮ ਲੋ। ਇਹ ਤੁਹਾਨੂੰ ਮੈਂ ਉਹ ਗੱਲਾਂ ਦੱਸ ਰਿਹਾ ਜਿਹੜੀਆਂ ਮੈਂ ਸਿੱਖੀਆਂ। ਤੇ ਜਦੋਂ ਅੱਲਾ ਦੀ ਰੱਸੀ ਨੂੰ ਮਜ਼ਬੂਤੀ ਨਾਲ ਥੰਮ ਲਿੱਤਾ ਤਾਂ ਫਿਰ ਘਬਰਾਣਾ ਕਿਉਂ? ਕੋਈ ਗੱਲ ਮੇਰੀ ਗਲਤ ਲੱਗੇ, ਬੁਰੀ ਲੱਗੇ, ਬੋਲਣਾ ਟੋਕਣਾ ਜ਼ਰੂਰ ਹੈ ਕਿ ਸ਼ਾਹ ਜੀ ਇਹ ਗੱਲ ਤੁਸੀਂ ਗਲਤ ਕਰ ਰਹੇ ਹੋ, ਤੁਸੀਂ ਤੁਹਾਨੂੰ ਨਹੀਂ ਕਰਨੀ ਚਾਹੀਦੀ। ਕਿਉਂ ਜੀ ਸਰਕਾਰ, ਤੁਸੀਂ ਦੱਸੋ ਜੀ। ਤੇ ਸਹੀ ਸੱਚੀਆਂ ਨੇ ਨਾ, ਕੋਈ ਝੂਠ ਜਾਂ ਕੋਈ ਜੋੜੀ ਤੇ ਨਹੀਂ ਹੋਈ, ਕੋਈ ਜੋੜੀ ਤੇ ਨਹੀਂ ਹੋਈ। ਅੱਛਾ, ਜੋ ਅੱਲਾ ਨੇ ਕਹੀਆਂ ਨੇ ਉਹ ਹੀ ਹੈ ਨਾ। ਅੱਛਾ, ਇੱਥੇ ਮੈਂ ਕੋਈ ਤੁਹਾਨੂੰ ਤਬਲੀਗ ਨਹੀਂ ਕਰ ਰਿਹਾ ਆਪਣੇ ਵੱਡਿਆਂ ਦੀ, ਆਪਣੇ ਬਜ਼ੁਰਗਾਂ ਦੀ, ਮੇਰੇ ਬਜ਼ੁਰਗਾਂ ਨੇ ਇਹ ਕਰਤਾ, ਮੇਰੇ ਬਜ਼ੁਰਗਾਂ ਨੇ ਇਹ ਕਰਤਾ। ਮੈਂ ਤੁਹਾਨੂੰ ਤਬਲੀਗ ਕਰ ਰਿਹਾ ਆਪਣੇ ਅੱਲਾ ਦੀ, ਨੌਕਰ ਬਣ ਕੇ। ਹਾਕਰ ਜੋ ਸਾਨੂੰ ਸਾਡੇ ਸਜਦਾ ਨੂੰ ਕਰਨੀ ਚਾਹੀਦੀ, ਜੋ ਲੋਕਾਂ ਨੂੰ ਸਮਝਾਉਣਾ ਚਾਹੀਦਾ। ਇਹ ਨਹੀਂ ਹੈ ਕਿ ਮੌਲਵੀ ਸਾਹਿਬ ਨੂੰ ਸ਼ਰਿੰਡੀ ਤੇ ਲਾ ਦਿਓ ਜਨਾਬ, ਆਪਣੇ ਬੰਦਿਆਂ ਨੂੰ ਉਹ ਜਲੇਬੀਆਂ ਲਿਆ ਤੇਰਾ ਕੱਖ ਨਹੀਂ ਰਹਿਣਾ, ਤੂੰ ਜਲੇਬੀਆਂ ਨਾਲ ਲਿਆਂਦੀਆਂ ਤਾਂ ਤੇਰਾ ਬੇੜਾ ਗਰਕ ਹੋ ਜਾਣਾ। ਉਹ ਤੂੰ ਉਹ ਕਣਕ ਨਹੀਂ ਪੁਜਵਾਈ, ਉਹ ਤੇਰਾ ਕੱਖ ਨਹੀਂ ਰਹਿਣਾ। ਬਦਦੁਆ ਨਹੀਂ ਪੀਰ ਸਾਹਿਬ ਦੀ, ਉਹ ਮਰੀਦ ਹੀ ਕਹਿ ਰਿਹਾ ਹੁੰਦਾ ਜੀ। ਬਿਲਕੁਲ, ਮੈਂ ਤੇ ਹੁਣ ਪੀਰ ਵੇਖ ਕੇ ਹੈਰਾਨ ਹੁੰਦਾ ਯਾਰ, ਪੀਰ ਇਸ ਤਰ੍ਹਾਂ ਦੇ ਹੁੰਦੇ ਨੇ। ਦੇਖੋ ਨਾ, ਥੱਲੇ ਰੈੱਡ ਕਾਰਪੇਟ ਪਾਏ ਜਾ ਰਹੇ ਨੇ ਜਨਾਬ, ਪੀਰ ਸਾਹਿਬ ਜਨਾਬ ਕਿਤੇ ਝੂਲੇ 'ਚ ਬੈਠੇ ਨੇ, ਕਿਤੇ ਕੁਛ ਹੋ ਰਿਹਾ, ਕਿਤੇ ਕੁਛ ਹੋ ਰਿਹਾ। ਮੈਂ ਤੇ ਕਹਿ ਰਿਹਾ ਕਿ ਅੱਲਾ ਦੇ ਬੰਦੇ ਕਿੱਥੇ ਗਏ? ਅੱਲਾ ਦਾ ਤੇ ਜ਼ਿਕਰ ਹੀ ਕਿਤੇ ਨਹੀਂ ਚੱਲਦਾ ਪਿਆ। ਅੱਲਾ ਤੋਂ ਕੋਈ ਤਬਲੀਗ ਹੀ ਕੋਈ ਨਹੀਂ ਜਿਹੜੀ ਸਾਨੂੰ ਕਰਨੀ ਚਾਹੀਦੀ ਹੈ। ਜਿੱਥੇ ਜਾ ਕੇ ਅਸੀਂ ਟੈਸਟ ਦੇਣਾ ਹੈ, ਤੁਸੀਂ ਦੇਖੋ ਨਾ, ਵਕੀਲ ਸਾਹਿਬ ਨੇ ਲਾ ਕੀਤਾ, ਇਹਨਾਂ ਨੇ ਸਟੱਡੀ ਕੀਤੀ, ਫਿਰ ਟੈਸਟ ਦੇ ਕੇ ਵਕੀਲ ਬਣੇ ਨਾ। ਵਕੀਲ ਵੀ ਤੇ ਅੱਜ ਕੱਲ੍ਹ ਸੌਖਾ ਨਹੀਂ ਨਾ ਬਣਦਾ, ਔਖਾ ਹੀ ਬਣਦਾ ਨਾ। ਤੇ ਟੈਸਟ ਦੇ ਕੇ ਬਣੇ, ਤੇ ਜਿੱਥੇ ਜਾ ਕੇ ਅਸੀਂ ਸਾਰਿਆਂ ਨੇ ਪੇਪਰ ਦੇਣਾ, ਤੇ ਪੀਰ ਸਾਹਿਬ ਤਿਆਰੀ ਨਹੀਂ ਕਰਵਾ ਰਹੇ। ਪੀਰ ਸਾਹਿਬ ਕਹਿੰਦੇ ਪੈਸੇ ਘੱਟ ਸੁੱਟੇ ਨਾ ਤੇ ਤੂੰ ਵੇਖੀ ਤੈਨੂੰ ਫੂਕ ਨਹੀਂ ਵੱਜਣੀ, ਤਵੀਜ਼ ਨਹੀਂ ਮਿਲਣਾ ਤੈਨੂੰ। ਉਹ ਫਿਰ ਤਵੀਜ਼ ਪ੍ਰਿੰਟ ਕਰਾ ਕੇ ਰੱਖੇ ਨੇ, ਇਹ ਰਾਣਾ ਸਾਹਿਬ ਨੂੰ ਦੇ ਦਿਓ, ਫਲਾਣੇ ਨੂੰ ਵੀ ਦੇ ਦਿਓ, ਫਲਾਣੇ ਨੂੰ ਦੇ ਦਿਓ, ਫਲਾਣੇ ਦੇ ਦਿਓ। ਚਲੋ ਭਾਈ ਕੁਛ ਕਰਕੇ ਦਿਖਾਓ। ਅਗਲਾ ਜਿਹੜਾ ਦੌਰ ਆ ਗਿਆ ਨਾ, ਜਿਹਨੇ ਅੱਲਾ ਦੀ ਇਬਾਦਤ ਨਹੀਂ ਕੀਤੀ, ਜਿਹਨੇ ਅੱਲਾ ਦਾ ਜ਼ਿਕਰ ਨਹੀਂ ਕੀਤਾ, ਜਿਹਦੇ ਹੱਥ 'ਚ ਸ਼ਫਾ ਨਾ ਹੋਈ, ਉਹਦੇ ਨੇੜੇ ਕਿਸੇ ਨੇ ਵੀ ਨਹੀਂ ਆਉਣਾ। ਇਹ ਤੁਹਾਡੇ ਦੌਰ ਤੱਕ ਪੀਰ ਨੇ, ਮੈਂ ਤੁਹਾਨੂੰ ਦੱਸ ਦਿਆਂ। ਨਵੇਂ ਦੌਰ ਜਿਹੜੇ ਨਵੇਂ ਨੇ ਨਾ, ਨਵਾਂ ਦੌਰ ਜਿਹੜਾ ਆ ਰਿਹਾ, ਉਹਦੇ 'ਚ ਪੜ੍ਹੇ ਲਿਖੇ ਜਿਹੜੇ ਨਾ ਬੱਚੇ ਨੇ, ਜਿਹੜੇ ਇੰਟਰਨੈਟ ਦੇ ਉੱਤੇ ਚੱਲਦੇ ਪਏ ਨੇ, ਉਹਨਾਂ ਨੇ ਸਿੱਧਾ ਕਹਿਣਾ ਰੋਂਗ ਨੰਬਰ। ਉਹਨਾਂ ਕਹਿਣਾ ਜਿਹਦੀ ਦੁਆ ਹੀ ਨਹੀਂ, ਜਿਹਦੀ ਦੁਆ ਹੀ ਸ਼ਫਾ ਨਹੀਂ ਦੇ, ਉਹ ਕਾਹਦਾ ਪੀਰ ਹੈ। ਮੈਂ ਕਿਸੇ ਦੀ ਬੁਰਾਈ ਨਹੀਂ ਕਰ ਰਿਹਾ, ਮੈਂ ਤੇ ਇੱਕ ਗੱਲ ਦੱਸ ਰਿਹਾ ਨਾ। ਦੇਖੋ ਨਾ, ਪੀਰ ਤੇ ਹੱਥ ਉਠਾਏ ਬੰਦੇ ਵਾਸਤੇ ਕੁਝ ਕਰੇ। ਡਾਕਟਰ ਉਹਦੇ ਕੋਲ ਜਾਂਦੇ ਨੇ ਜਿਹੜਾ ਜਿਹਦੇ ਕੋਲ ਸ਼ਫਾ ਹੁੰਦੀ, ਉਹ ਤਾਂ ਲੈਣਾ ਲੱਗੀ ਹੁੰਦੀ, ਧੱਕੇ ਵੀ ਵੱਜਦੇ ਨੇ। ਵਕੀਲ ਉਹਦੇ ਕੋਲ ਜਿਹੜਾ ਕੇਸ ਜਿੱਤਦਾ ਜੀ, ਜਿਹੜਾ ਹਾਰਦਾ ਵਾ ਕੇਸ ਹੀ ਹਾਰ ਆਏ, ਤਾਂ ਉਹ ਤੇ ਫਿਰ ਉਹ ਕਹਿੰਦਾ ਡੱਬਾ ਵਕੀਲ ਹੀ ਆ ਰਿਹਾ ਤੇ ਹਾਰਦਾ ਬਈ ਹਾਰ ਨਾ, ਸਾਡੇ ਪੈਸੇ ਵੀ ਲਵਾ ਦਿੰਦਾ। ਇੰਝ ਹੈ ਨਾ। ਇਸ ਕਰਕੇ ਜਿਹੜੀ ਵੰਡ ਹੈ ਨਾ, ਇਹ ਗੱਲ ਦਿਮਾਗ ਹੀ ਪਾ ਲਓ। ਜਦੋਂ ਤੁਸੀਂ ਇਹ ਨੀਅਤ ਕਰਨੀ ਹੈ ਕਿ ਅਸੀਂ ਅੱਲਾ ਦੇ ਦਿੱਤੇ ਹੋਏ ਵਿੱਚੋਂ ਦੇਣਾ ਹੈ। ਮੈਂ ਤੁਹਾਡੀ ਜੇਬ ਵਿੱਚ ਨਹੀਂ ਮੰਗ ਰਿਹਾ, ਮੈਂ ਤੇ ਕਹਿ ਰਿਹਾ ਭਾਜੀ ਇਹਨੂੰ ਹੁਣ ਮੈਂ 10 ਜਾਂ 20 ਫਾਰਮਰ ਜਾਂ 25 ਦਾ ਅਸੀਂ ਇੱਕ ਸੈਟਅਪ ਬਣਾ ਰਹੇ ਹਾਂ ਜੀ, ਤਾਂ ਕਿ ਔਰ ਤੇ ਬਾਰ-ਬਾਰ ਪਾ ਕੇ ਜਿਹੜੇ ਦੂਜੇ ਨੇ ਨਾ, ਜਿਹੜੇ ਵਿਚਾਰੇ ਜਿਵੇਂ ਬਿੱਲੀ ਦੂਰੋਂ ਛਿਛੜੇ ਵੇਖ ਕੇ ਨਾ ਲੱਗਦੀ ਹੈ, ਛਿਛੜੇ ਨੂੰ ਉਹਨੂੰ ਪਤਾ ਅੱਗੇ ਗਈ ਤੇ ਛਿਛੜੇ ਕਿਤੇ ਮੈਨੂੰ ਫਾੜ ਹੀ ਨਾ ਲੈਣ। ਤੇ ਜਿਹੜੇ ਇੱਧਰ ਬੈਠੇ ਨੇ ਨਾ, ਉਹਨਾਂ ਨੂੰ ਤੁਸੀਂ ਤਬਲੀਗ ਵਾਲੇ ਪਾਸੇ ਲਾਓ, ਤਾਂ ਕਿ ਪੂਰਾ ਪਿੰਡ 'ਚ ਅੱਲਾਹ ਅਕਬਰ ਦੀਆਂ ਆਵਾਜ਼ਾਂ ਆਉਣ। ਇਨਸ਼ਾਅੱਲਾ ਪੂਰੇ ਪਿੰਡ 'ਚੋਂ ਅੱਲਾਹ ਅਕਬਰ ਦੀਆਂ ਆਵਾਜ਼ਾਂ ਆਉਣ। ਹੁਣ ਜਿਹੜੇ 20-25 ਬੰਦੇ ਨੇ ਨਾ, ਜਿਹੜੇ ਅਸੀਂ ਹੁਣ ਸਿਲੈਕਟ ਕਰ ਲੈਣੇ ਨੇ, ਮੈਂ 20 ਨੇ, 25 ਨੇ, 30 ਨੇ, ਜਿੰਨੇ ਵੀ ਸਾਡੇ ਮੁਕੱਦਰ 'ਚ ਮਾਲਕ ਨੇ ਲਿਖਿਆ, ਜਿੰਨੇ ਵੀ ਨੇ, ਮੈਂ ਰਾਣਾ ਸਾਹਿਬ ਨੂੰ ਕਿਹਾ ਕਿ ਰਾਣਾ ਸਾਹਿਬ ਮੈਂ ਉਹਨਾਂ ਕੋਲ ਪੈਸੇ ਨਹੀਂ ਲੈਣੇ,
ਆਪਣੀ ਪ੍ਰੋਡਕਟ ਹੈ। ਮੇਰੀ ਸਿਰਫ ਉਹਨਾਂ ਅੱਗੇ ਇੱਕ ਹੀ ਰਿਕੁਐਸਟ ਹੈ ਕਿ ਅਗਰ ਤੁਸੀਂ ਵੱਧ ਜਾਂਦੇ ਹੋ ਤੇ ਚੁੱਪ ਕਰਕੇ ਇੱਥੇ ਨਾ ਅੱਲਾ ਦੇ ਦਿੱਤੇ ਵਿੱਚੋਂ ਇੱਥੇ ਲਿਆ ਕੇ ਰੱਖ ਦੇਣਾ, ਜਿਹੜਾ ਕਿ ਤੁਹਾਡੇ ਪਿੰਡ ਤੁਹਾਡੇ ਹੱਥੀ ਬਣਦੇ ਆ, ਤੇ ਨਾਲ ਮੈਂ ਆਪੇ ਵੀ ਪੈਸੇ ਪਾਉਂਦਾ ਇਹਨਾਂ ਨੂੰ। ਜੀ ਬਿਲਕੁਲ। ਐ ਨਹੀਂ ਕਿ ਤੁਹਾਡੇ ਤੇ ਬੈਠਾ ਆ, ਤੁਹਾਡੇ ਤੋਂ ਹਮੇਸ਼ਾ ਉੱਤੇ ਹੀ ਅੱਲਾ ਦਾ ਨੌਕਰ ਜਾਏਗਾ, ਜੀ ਕਈ ਹੱਥ ਬਿਲਕੁਲ। ਪਿੱਛੇ ਨਹੀਂ ਰਹਿੰਦਾ ਤੁਹਾਡੇ ਤੋਂ, ਹੈ ਹੀ ਮੁਰਸ਼ਿਦ ਕਾਰੀ ਤੁਸੀਂ ਰਹੇ ਹੋ ਮਾਸ਼ਾਅੱਲਾ। ਪਿੱਛੇ ਨਹੀਂ ਰਹਿੰਦਾ। ਇਹ ਦੱਸੋ ਇਹ ਕੋਈ ਭੈੜੀ ਚੀਜ਼ ਹੈ? ਤੁਹਾਨੂੰ ਕਹਿ ਰਹੇ ਮੈਨੂੰ ਪੈਸੇ ਨਾ ਦੇਣਾ, ਅਗਰ ਫਾਇਦਾ ਕਿਉਂ ਜੀ ਗੁਲਾਮ ਨਬੀ, ਇਹੀ ਗੱਲ ਪਹਿਲੇ ਵੀ ਹੋਈ ਸੀ, ਹਾਂਜੀ ਕਿਉਂ ਵੀ ਇੰਝ ਹੀ ਹੋਈ ਸੀ ਨਾ। ਅਗਰ ਤੁਹਾਨੂੰ ਫਾਇਦਾ ਹੋਏਗਾ ਤੇ ਤੁਸੀਂ, ਇਹ ਵੀ ਨਹੀਂ ਤੁਹਾਨੂੰ ਮੈਂ ਕਹਿੰਦਾ ਇਹਦੀ ਭਾਵੇਂ 10,000 ਕੀਮਤ ਹੈ, ਇਹਦੀ ਭਾਵੇਂ ਜਿੰਨੀ ਮਰਜ਼ੀ ਕੀਮਤ ਹੈ, ਠੀਕ ਹੈ ਨਾ, ਮੈਂ ਨਹੀਂ ਤੁਹਾਨੂੰ ਕੁਝ ਕਵਾਂਗਾ। ਮੈਂ ਇਹਦੀ, ਜਿਹੜੇ ਮੇਰੇ ਬੰਦੇ ਅੱਲਾ ਦੇ ਨੌਕਰ ਬਣ ਕੇ ਆ ਰਹੇ ਨੇ, ਕੰਮ ਕਰ ਰਹੇ ਨੇ, ਤੇ ਉਹਨਾਂ ਨੂੰ ਮੈਂ ਸਿਰਫ ਇੰਨਾ ਕਵਾਂਗਾ ਕਿ ਯਾਰ ਜੋ ਦਿਲ ਕਰਦਾ, ਅੱਜ ਮੇਰਾ ਐਲਾਨ ਹੈ ਤੁਹਾਨੂੰ, ਜੋ ਦਿਲ ਕਰਦਾ ਇੱਥੇ ਹਿੱਸਾ ਪਾ ਦੇਣਾ। ਔਰ ਉਹ ਵੀ ਮੁਰਸ਼ਿਦ ਜੀ ਇੱਥੇ ਜ਼ਰੂਰਤਮੰਦ ਨੂੰ ਤਕਸੀਮ ਕਰਕੇ ਜਾਣਗੇ, ਲੈ ਕੇ ਉਹ ਵੀ ਨਹੀਂ ਜਾਂਦੇ। ਦੇਖੋ ਨਾ, ਤੁਹਾਡਾ ਹੀ ਪਿੰਡ ਹੈ ਨਾ, ਸਾਰਾ ਕੁਝ ਦੇਖਿਆ ਤੁਸੀਂ। ਮੈਂ ਕਹਿ ਰਿਹਾ ਜਦੋਂ ਮਾਲਕ ਦੇਗਾ ਜੋ ਤੁਹਾਡਾ ਦਿਲ ਕਰੇ, ਤੁਸੀਂ ਕਹੋਗੇ ਕਿ ਇਹ ਹੱਕ ਬਣਦਾ ਹੈ। ਫਰਕ ਵੀ ਦੇਖ ਲੈਣਾ ਆਪਣੀ ਨਾਲ ਵਾਲੀ ਪੈਲੀ ਨਾਲ ਵੀ, ਖੱਬੇ ਸੱਜੇ ਵਾਲੀ ਪੈਲੀ ਨਾਲ ਵੀ, ਤੇ ਤੁਸੀਂ ਆਰਾਮ ਨਾਲ ਇੱਥੇ ਚੇਅਰਮੈਨ ਸਾਹਿਬ ਕੋਲ ਜਮ੍ਹਾਂ ਕਰਾ ਦੇਣਾ। ਇੱਥੇ ਹੀ ਅਸੀਂ ਫਿਰ ਗੰਦਮ ਦੇ ਇਕੱਠੇ ਹੋਵਾਂਗੇ, ਇੱਥੇ ਤਕਸੀਮ ਕਰ ਦਿਆਂਗੇ। ਕਿਉਂ ਜੀ ਗੁਲਾਮ ਨਬੀ, ਇਹਦੇ 'ਚ ਕੋਈ ਬੁਰੀ ਗੱਲ ਹੈ? ਮੈਂ ਕਹਿੰਦਾ ਇਹਨੂੰ 10,000 ਨੂੰ ਵੀ ਛੱਡ ਦਿਓ, ਦਫਾ ਕਰ ਦਿਓ। ਕਿਉਂ ਜੀ? ਸਿਰਫ ਉਹ ਬੰਦੇ ਜਿਹੜੇ ਅੱਲਾ ਦੇ ਨੌਕਰ ਬਣ ਕੇ ਲੱਗੇ ਨੇ, ਅੱਲਾ ਮੈਨੂੰ ਤੌਫੀਕ ਦੇ, ਮੈਂ ਪੂਰੇ ਪਿੰਡ ਨੂੰ ਦੇ ਦਿਆਂਗਾ, ਪਰ ਤੌਫੀਕ ਨਾਲ ਚੱਲਣਾ ਨਾ। ਤੇ ਜਿਹੜੀ ਮੈਂ ਖਾਦ ਦੇ ਰਿਹਾ ਜ਼ਰੂਰਤਮੰਦਾਂ ਨੂੰ ਬਾਹਰੋਂ ਖਰੀਦ ਕੇ, ਉਹ ਖਾਦ ਦਾ ਜ਼ਰਾ ਤੁਸੀਂ ਇੱਕ ਮਿਹਰਬਾਨੀ ਕਰੋਗੇ, ਅਗਰ ਮੈਨੂੰ ਪੈਸੇ ਉਹ ਖਾਦ ਦੇ ਪਹੁੰਚਾ ਦਿਓਗੇ ਤੇ ਫਿਰ ਉਹਨਾਂ ਹੀ ਪੈਸੇ ਨਾਲ ਤੁਹਾਨੂੰ ਫਿਰ ਖਾਦ ਖਰੀਦ ਦਿਆਂਗੇ ਅਗਲੀ ਫਸਲ ਜਿਸ ਤਰ੍ਹਾਂ ਮੁੰਜੀ ਦੀ ਆਏਗੀ। ਤੇ ਜਦੋਂ ਤੁਸੀਂ ਕਹੋਗੇ ਕਿ ਸ਼ਾਹ ਸਾਹਿਬ ਹੁਣ ਅਸੀਂ ਆਪਣੇ ਪੈਰਾਂ ਤੇ ਖਲੋ ਗਏ ਆ, ਤੇ ਫਿਰ ਅਗਲੇ ਲੱਭ ਲਾਂਗੇ। ਜੀ ਬਿਲਕੁਲ, ਮਦਦ ਹੀ ਕਰਨੀ ਹੈ ਨਾ। ਜਦੋਂ ਇੱਕ ਪਾਰਟੀ ਖਲੋ ਗਈ, ਕਿਉਂ ਜੀ, ਤੇ ਫਿਰ ਅਗਲੇ ਪਾਸੇ ਚੱਲ ਪਏ, ਫਿਰ ਉਸ ਤੋਂ ਅੱਗੇ ਚੱਲ ਗਏ। ਫਿਰ ਹੋ ਸਕਦਾ ਹੈ, ਦੇਖੋ ਮਾਲਕ ਹੈ, ਮਾਲਕ ਤੁਹਾਨੂੰ ਇੰਨਾ ਤਗੜਾ ਕਰ ਦੇ, ਤੁਸੀਂ ਵੀ ਨਾਲ ਕਹੋਗੇ ਸ਼ਾਹ ਸਾਹਿਬ ਅਸੀਂ ਤੁਹਾਡੇ ਨਾਲ ਰਲਦੇ ਹਾਂ, ਅਸੀਂ ਖਾਦ ਮਿਲ ਕੇ ਖਰੀਦ ਕੇ ਦਿੰਦੇ ਹਾਂ ਅਗਲਿਆਂ ਨੂੰ। ਠੀਕ ਹੈ ਨਾ ਜੀ? ਤੇ ਫਿਰ ਇਸ ਤਰ੍ਹਾਂ ਹੀ ਇੱਕ ਦੂਸਰੇ ਨਾਲ ਮੁਹੱਬਤ ਕਰਦੇ ਕਰਦੇ ਅੱਲਾ ਦੇ ਨੌਕਰਾਂ ਦਾ ਕਾਫਲਾ ਵੱਧ ਜਾਏਗਾ। ਤੇ ਜਦੋਂ ਅੱਲਾ ਦੇ ਨੌਕਰਾਂ ਦਾ ਕਾਫਲਾ ਵਧੇਗਾ ਤੇ ਤੁਸੀਂ ਜ਼ਰਾ ਸਮਝੋ, ਤੇ ਫਰੌਨ ਵਾਲੇ ਵਾਕਿਆ ਨੂੰ ਵੀ ਸੋਚਣਾ, ਠੀਕ ਹੈ, ਹਜ਼ਰਤ ਮੂਸਾ ਅਲੈਹਿਸ ਸਲਾਮ ਵਾਲੇ ਵਾਕਿਆ ਨੂੰ ਵੀ ਸੋਚਣਾ, ਤੇ ਅੱਲਾ ਦੀ ਰੱਸੀ ਨੂੰ ਵੀ ਸੋਚਣਾ। ਤੇ ਇੱਕ ਸਿਰਫ ਹੈ ਕਿ ਝੂਠ ਨਹੀਂ ਬੋਲਣਾ। ਮੇਰੇ ਕਾਨੇ 'ਚ ਆ ਕੇ ਹੁਣ ਇੱਕ ਬੰਦੇ ਨੇ ਸਾਡੇ ਪੈਸੇ ਖਾਦੇ ਨੇ, ਹਾਂਜੀ, ਉਹਦੀ ਫਸਲ ਵੀ ਢੇਰ ਹੋਈ, ਸਾਰਾ ਕੁਝ ਹੋਇਆ। ਮੈਂ ਰਾਣਾ ਸਾਹਿਬ ਨੂੰ ਕਿਹਾ ਉਸ ਬੰਦੇ ਕੋਲ ਪੈਸੇ ਨਹੀਂ ਮੰਗਣੇ। ਹੁਣ ਉਹ ਬੰਦਾ ਮੈਨੂੰ ਕਹਿ ਰਿਹਾ ਕਿ ਮੈਂ ਉਹ ਜਿਹੜਾ ਦੇਣਾ ਸੀ ਨਾ ਹਿੱਸਾ, ਉਹ ਮੈਂ ਕਿਸੇ ਯਤੀਮ ਨੂੰ ਦੇ ਆਇਆ ਜਾ ਕੇ। ਮੈਂ ਕਿਹਾ ਯਾਰ ਜਦੋਂ ਹਲਫ ਚੁੱਕਿਆ ਗਿਆ ਸੀ, ਕਿਉਂਕਿ ਇਸ ਟਾਈਮ ਅੱਲਾ ਸਾਡੇ ਵਿੱਚ ਸੁਣ ਰਿਹਾ ਸਾਰਿਆਂ ਦੇ ਨਾ, ਇਸ ਟਾਈਮ ਕਿੰਨੀਆਂ ਗਵਾਹੀਆਂ ਨੇ, ਹਰ ਇੱਕ ਦੀਆਂ ਦੋ ਨੇ ਜੀ। ਇਹ ਉੱਤੇ ਜਾ ਰਿਹਾ ਸਾਰਾ ਕਿ ਇਹ ਕੀ ਗੱਲਾਂ ਕਰ ਰਹੇ ਨੇ, ਔਰ ਕੌਣ ਅੰਦਰੋਂ ਸੱਚਾ ਕੌਣ ਝੂਠਾ ਹੈ, ਉਹ ਤੇ ਮਾਲਕ ਨੂੰ ਪਤਾ ਹੈ ਨਾ। ਫੈਸਲਾ ਇਹ ਹੋਇਆ ਸੀ ਕਿ ਇੱਥੇ ਇਕੱਠੀ ਹੋਏਗੀ, ਸਭ ਦੇ ਸਾਹਮਣੇ ਤਕਸੀਮ ਹੋਏਗੀ, ਜਿਹੜਾ ਮਰਜ਼ੀ ਵਜ਼ਨ ਚੈੱਕ ਕਰ ਲੇ ਕਿ ਜਨਾਬ ਉਹਦੇ ਜੀ ਸ਼ਾਹ ਸਾਹਿਬ ਨੇ ਵਾਅਦਾ ਪਾਇਆ ਕਿ ਸ਼ਾਹ ਸਾਹਿਬ ਆਪਣੇ ਕੋਲ ਲੈ ਗਏ। ਦੇਖੋ ਨਾ, ਪੂਰੇ ਪਿੰਡ ਦੇ ਸਾਹਮਣੇ ਗੱਲ ਹੋਈ ਸੀ ਨਾ ਜੀ ਬਿਲਕੁਲ। ਤੇ ਹੁਣ ਬਰਾਏ ਮਿਹਰਬਾਨੀ ਤੁਸੀਂ ਨੀਅਤ ਕਰਕੇ ਨਾ, ਗੁਲਾਮ ਨਬੀ ਤੁਸੀਂ ਵੀ ਪਿਛਲੀ ਨੀਅਤ ਨੂੰ ਛੱਡ ਦਿਓ। ਤੁਸੀਂ ਇਹ ਸਮਝ ਲਓ ਕਿ ਮੈਂ ਤੁਹਾਡੇ ਕੋਲ ਕੱਖ ਨਹੀਂ ਲੈਣਾ, ਤੁਸੀਂ ਜ਼ਿਹਨ 'ਚ ਇਹ ਰੱਖੋ, ਠੀਕ ਹੈ ਨਾ। ਮੈਂ ਤੁਹਾਡੇ ਤੇ ਕੋਈ ਵਜ਼ਨ ਨਹੀਂ ਹੈ ਕਿ ਲੋ ਜੀ ਸ਼ਾਹ ਸਾਹਿਬ ਦਾ ਅਸੀਂ 10,000 ਦੇਣਾ ਤੇ ਇੱਕ ਮਨ ਵੀ ਦੇਣਾ। ਮੈਂ ਗੱਲ ਕਰ ਰਿਹਾ, ਮੈਂ ਤੁਹਾਨੂੰ ਜਿਹੜੇ ਮੇਰੇ ਨਾਲ ਬੰਦੇ ਮਾਸ਼ਾਅੱਲਾ ਆਏ ਨੇ, ਤੁਸੀਂ ਆਪਣਾ ਟਾਈਮ ਕੱਢਿਆ, ਤੁਹਾਡਾ ਤੁਸੀਂ ਇਮਾਨਦਾਰੀ ਨਾਲ ਅੱਲਾ ਨੂੰ ਹਾਜ਼ਰ ਨਾਲ ਰੱਖ ਕੇ ਕਿ ਇਹ ਹਿੱਸਾ ਅਸੀਂ ਪਾ ਦੇਣਾ। ਮਸਜਿਦ ਜੀ ਦੇ ਚੰਦਾ ਪਾ ਦਿੰਦੇ ਹੋ ਨਾ, ਕਿਉਂ ਜੀ? ਤੁਹਾਡਾ ਇਸਮੇ ਗ੍ਰਾਮੀ ਕੀ ਹੈ? ਤੁਹਾਡੇ ਨਾਲ ਪਹਿਲੀ ਦਫਾ ਮੇਰੀ ਮੁਲਾਕਾਤ ਹੋਈ ਹੈ। ਅਜਾਜ਼ ਸਾਹਿਬ ਮਸੀਤੇ ਵੀ ਤੇ ਪਾ ਦਿੰਦੇ ਆ ਨਾ, ਉਹਨੇ ਜਿਹਦਾ ਕੋਈ ਪੀਰ ਹੋਵੇ, ਪੀਰ ਕਾਲ ਕਰੇ ਤੇ ਉਧਰ ਵੀ ਤੇ ਲਾ ਦਿੰਦੇ ਹੋ ਨਾ। ਹਾਂਜੀ, ਕੋਈ 4 ਬੰਦੇ ਆਏ ਉੱਥੇ ਖਾਣਾ ਵੀ ਤੇ ਖਵਾ ਦਿੰਦੇ ਹੋ ਨਾ। ਬਿਲਕੁਲ ਜੀ।
ਕਿ ਨਹੀਂ ਖਵਾਉਂਦੇ? ਤੇ ਤੁਸੀਂ ਸਿਰਫ ਨੀਅਤ ਹੈ ਕਰਨੀ ਹੈ। ਤੁਸੀਂ ਨੀਅਤ ਸਿਰਫ ਇਹ ਕਰਨੀ ਹੈ ਕਿ ਅਸੀਂ ਅੱਲਾ ਦੀ ਨੌਕਰ ਇਸਲਾਮ ਜੀ, ਅਸੀਂ ਅੱਲਾ ਦੀ ਨੌਕਰੀ ਕਰਕੇ ਤੇ ਅਸੀਂ ਅੱਲਾ ਦੇ ਦਿੱਤੇ ਹੋਏ ਚ ਦੇਣਾ ਹੈ। ਤੇ ਜਿਹੜਾ ਮਾਲਕ ਹੈ ਨਾ, ਜਿੰਨੀ ਵਾਲੇਕੁਮ ਸਲਾਮ, ਜਿੰਨੀ ਚੰਗੀ ਤੁਹਾਡੀ ਨੀਅਤ ਹੋਏਗੀ ਉਨਾ ਹੀ ਤੁਹਾਨੂੰ ਨਵਾਜ਼ੇਗਾ। ਰਾਣਾ ਸਾਹਿਬ ਨੇ ਮੈਨੂੰ ਕਿਹਾ ਕਿ ਮੈਂ ਆਪਣਾ 1 ਏਕੜ ਜਿਹੜਾ ਨਾ, ਉਹਦੀ ਜਿੰਨੀ ਗੰਦਮ ਹੋਏਗੀ ਉਹ ਸਾਰੀ ਮੈਂ ਇੱਥੇ ਲਾ ਦਿਆਂਗਾ ਢੇਰ ਜੀ। ਮੈਂ ਕਿਹਾ ਰਾਣਾ ਸਾਹਿਬ ਤੁਸੀਂ ਉਹਨੂੰ ਛੱਡ ਦਿਓ, ਤੁਸੀਂ ਮੈਨੂੰ 5 ਏਕੜਾਂ ਦੇ ਵਿੱਚ ਜਿੰਨੀ ਵਧੇਗੀ ਉਹ ਦੇ ਦੇਣਾ, ਉਹ ਉੱਥੇ ਕਰ ਦਾਂਗੇ, ਮੈਂ ਤੁਹਾਡੇ ਤੇ ਬੋਝ ਨਹੀਂ ਪਾਉਂਦਾ। ਕਿਉਂ ਜੀ? ਜੀ ਬਿਲਕੁਲ ਇਸ ਤਰ੍ਹਾਂ ਹੀ। ਤੇ ਜਿਹੜਾ ਨੂੰ ਖਾਦ ਦੇ ਰਹੇ ਆ ਉਹ ਬਸ ਇੰਨੀ ਮਿਹਰਬਾਨੀ ਕਰ ਦੇਣ ਕਿ ਜਿਹੜੇ ਖਾਦ ਦੇ ਪੈਸੇ ਨੇ ਉਹ ਅਗਰ ਦੇ ਦੇਣਗੇ ਤੇ ਅਸੀਂ ਫੇਰ ਉਹਨਾਂ ਨੂੰ ਖਰੀਦ ਦਿਆਂਗੇ ਜੀ ਬਿਲਕੁਲ। ਜਾਂ ਉਹ ਅਗਰ ਤਗੜੇ ਹੋ ਜਾਂਦੇ ਨੇ ਤੇ ਅਸੀਂ ਫਿਰ ਅਗਲਿਆਂ ਨੂੰ ਮਦਦ ਕਰ ਦਿਆਂਗੇ। ਤੇ ਹੋਰ ਕੋਈ ਸਵਾਲ ਤੁਸੀਂ ਕੋਈ ਕਰਨਾ ਚਾਹੁੰਦੇ ਹੋ, ਕੋਈ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਪੁੱਛ ਸਕਦੇ ਹੋ। ਇਹ ਮੁਰਸ਼ਿਦ ਜੀ ਨੇ ਆਪਣਾ ਰਮਜ਼ਾਨ ਸਾਹਿਬ ਦੇ ਨਾਲ ਅੱਛਾ, ਦਰਦ ਦੇ ਨਾਲ ਪੁੱਛਨੇ ਦਾ ਯਾਰ ਮੈਂ ਪਹਿਲੇ ਇਹ ਮੁਕੰਮਲ ਕਰਾਂਗਾ ਫਿਰ ਮੈਂ ਗੱਲ ਕਰਾਂਗਾ। ਜੀ ਤੁਸੀਂ ਹੁਣ ਦੱਸੋ ਮੈਨੂੰ, ਉਹ ਤੁਹਾਡੀ ਕਫੀਅਤ ਮੈਂ ਦੇਖ ਹੀ ਰਿਹਾ ਸੀ ਪਹਿਲੇ। ਬੱਚੇ ਦੀ ਸ਼ਾਦੀ ਤੇ ਜਾਣਾ। ਠੀਕ ਹੈ ਯਾਰ, ਹੁਣ ਤੁਹਾਨੂੰ ਦੱਸਿਆ ਕਿ ਸਪੈਸ਼ਲ ਕੰਮ ਸੀ ਨਾ। ਠੀਕ ਹੈ, तो गल मेरी कंप्लीट हो गई जी। वैसे 1 मिनट सिर्फ देना, कोई ऐसा सवाल गुलाम नबी तुसी भी बैठे हो, कोई तुहाडे दिल कोई ऐसा वहम कोई ऐसी गल ते मैनूं पूछ सकदे हो। और दूसरा एक रिक्वेस्ट मैं ना सारे जिम्मेदारां नूं अपने भरावां नूं करांगा, जिस वक्त मुर्शिद जी तशरीफ लियाण उदों हर बंदा अपने एकड़ ते मौजूद होएगा, इत्थे इकट्ठे होया करांगे। मुर्शिद जी दे नाल फर्ज करो मेरी जमीन ते आए ने मेरी ते चलांगे, गुलाम नबी ते आए ने गुलाम नबी दे, मलक शमशाद आल गए ने, राणे सजाद आल, इमरान आल, रिजवान आल, जिधर भी जाना वकास आल, सारे ने नाले दुआ होएगी ना, असल नाले बरकत आसे दुआ होएगी ते नाले सारे इकट्ठे हो जाएंगे। असल लाजमी नहीं कि ਅਸੀਂ ਹਰ ਹਫਤੇ ਇਕੱਠੇ ਹੋਣਾ ਹੈ। ਰਾਣਾ ਸਾਹਿਬ ਪਹਿਲੇ ਵਿਜ਼ਿਟ ਪਲਾਨ ਕਰਨਗੇ, ਹਾਂਜੀ ਉਹ ਤੁਹਾਡੇ ਕੋਲ ਟਾਈਮ ਲੈਣਗੇ, ਦੱਸਣਗੇ ਕਿ ਲੋ ਜੀ ਇਸ ਦਿਨ ਰੱਖ ਲਈਏ ਤੁਹਾਡੀ ਰਜ਼ਾਮੰਦੀ ਨਾਲ। ਇਹ ਨਹੀਂ ਕਿ ਮੈਂ ਉਹ ਬਾਬਾ ਤੇ ਨਹੀਂ ਹੈ ਕਿ ਜਿਹੜਾ ਜੀ ਆਜੋ ਜੀ ਪੀਰ ਸਾਹਿਬ ਆ ਗਏ ਨੇ ਚਲੋ ਜੀ ਛੱਡੋ ਕੰਮ ਆਪਣੇ। ਸਾਰੇ ਤੁਹਾਡੇ ਕੋਲ ਟਾਈਮ ਲੈ ਕੇ ਜਿਹੜਾ ਟਾਈਮ ਤੁਸੀਂ ਕਹੋਗੇ ਸ਼ਾਮ ਦਾ ਟਾਈਮ ਬਿਹਤਰ ਹੈ, ਸਵੇਰ ਦਾ ਟਾਈਮ ਬਿਹਤਰ ਹੈ, ਕਿਉਂ ਜੀ ਰਾਣਾ ਸਾਹਿਬ ਇਹ ਵੀ ਨਾਲ ਰੱਖਣਾ ਹੈ ਜੀ। ਇੱਕ ਜਦੋਂ ਵਿਜ਼ਿਟ ਹੋਇਆ ਕਰੇਗਾ ਮੈਂ ਹਰ ਬੰਦੇ ਨੂੰ ਕਾਲ ਕਰਕੇ ਇਤਲਾਹ ਕਰਿਆ ਕਰਾਂਗਾ ਜੀ ਮੁਰਸ਼ਿਦ ਜੀ ਨਾਲ ਇਹ ਟਾਈਮ ਆਪਾਂ ਬਣਾ ਲਈਏ, ਤੁਸੀਂ ਮੈਨੂੰ ਦੱਸਣਾ ਕਿ ਜੀ ਇਹ ਟਾਈਮ ਅਸੀਂ ਫਾਰਗ ਆ। ਉਹਦੇ ਵਿੱਚ ਸਾਰੇ ਜਿਹੜੇ ਨਾ ਅਸੀਂ ਇਕੱਠੇ ਹੋਣਾ। ਅਸਲ ਜੇ ਇਹ ਜਿਹੜਾ ਫਸਲ ਤੇ ਜਾਣ ਵਾਲਾ ਅਸਲ ਮਕਸਦ ਹੈ ਨਾ, ਅਸਲ ਮਕਸਦ ਹੈ ਕਿ ਜਦੋਂ ਮੁਰਸ਼ਿਦ ਜੀ ਉੱਥੇ ਜਾ ਕੇ ਦੁਆ ਕਰਦੇ ਨੇ, ਅੱਲਾਹੁ ਅਕਬਰ ਦੀ ਤਸਬੀਹ ਕਰਦੇ ਨੇ ਤੇ ਅੱਲਾਹ ਤਾਲਾ ਦੀ ਜ਼ਾਤ ਨੇ ਸਾਡੇ ਰਿਜ਼ਕ 'ਚ ਇਜ਼ਾਫਾ ਕਰਨਾ ਹੈ। ਸੈयद ਦੀ ਦੁਆ ਹੋਣੀ ਹੈ ਤੇ ਮਾਲਕ ਨੇ ਕਰਮ ਕਰਨਾ ਹੈ। ਇਕੱਠਾ ਹੋਣ ਦਾ ਮਕਸਦ ਅਸਲ ਇਹ ਹੈਗਾ, ਅਸੀਂ ਕੋਈ ਸਾਡਾ ਮਜਮਾ ਸਿਆਸੀ ਕੋਈ ਨਹੀਂ। ਦੇਖੋ ਅਸੀਂ ਤੇ ਸਿਰਫ ਅੱਲਾਹ ਦੀ ਤਬਲੀਗ ਵਾਸਤੇ ਅੱਲਾਹ ਦੇ ਨੌਕਰ ਬਣ ਕੇ ਮੁਰਸ਼ਿਦ ਜੀ ਦੇ ਨਾਲ ਚੱਲਣਾ। ताकि बाज़ दफा कुछ चीजें ऐसी होंदियां ने कि जिहदी तबलीग कहने छुपा के करो जी। ऐसी तबलीग है कि ਅਸੀਂ ਚਾਹੁੰਦੇ ਹਾਂ ਕਿ ਹਰ ਪਿੰਡ 'ਚ ਤੁਹਾਡੀ ਤਰ੍ਹਾਂ ਦੇ ਲੋਕ ਹੋਣ ताकि ਇੱਕ ਦੂਸਰੇ ਦੀ ਜ਼ਰੂਰਤਮੰਦਾਂ ਦੀ ਜ਼ਰੂਰਤ ਪੂਰੀ ਕਰ ਸਕੀਏ ਜੀ। ਪਿੰਡਾਂ ਦੇ ਲੋਕ ਇੱਕ ਐਸੇ ਨੇ ਜਿਹੜੇ ਕਿਸੇ ਕੋਲ ਨਹੀਂ ਮੰਗ ਸਕਦੇ, ਉਹ ਵਿਚਾਰੇ ਅੰਦਰ ਹੀ ਆਪਣੀ ਭੁੱਖ ਕੱਟਦੇ ਪਏ ਜਿਹੜੇ ਜ਼ਰੂਰਤਮੰਦ ਨੇ। ਠੀਕ ਹੈ ਨਾ, ਸ਼ਹਿਰੀ ਦੇ ਦਰਵਾਜ਼ਾ ਖੜਕਾ ਕੇ ਬਾਹਰ ਮੰਗ ਲਿਆ, ਉਧਰ ਮੰਗ ਲਿਆ, ਔਰ ਕੋਈ ਲੈ ਲਿਆ। ਤੇ ਇਸ ਕਰਕੇ ਅਸੀਂ ਮਿਸਾਲ ਇੱਥੋਂ ਕਾਇਮ ਹੋਏਗੀ। ਇਸ ਤਰ੍ਹਾਂ ਹੀ ਮੈਂ ਇਨਸ਼ਾਅੱਲਾ ਅੱਗੋਂ ਸਤਾਰ ਸਾਹਿਬ ਗੁਜਰਾਂ ਵਾਲੇ ਇਨਸ਼ਾਅੱਲਾ ਸ਼ੁਰੂ ਕਰਨਗੇ, ਇਹਨਾਂ ਦਾ ਮੈਂ ਕੀਤਾ, ਫਿਰ ਅਟਕ ਹੀ ਸ਼ੁਰੂ ਹੋ ਰਿਹਾ। ਇਸ ਤਰ੍ਹਾਂ ਹੀ ਮੁਖਤਲਿਫ ਜਗ੍ਹਾ ਤੇ ਅਸੀਂ ਇਹਨੂੰ ਸੈਟਅਪ ਨੂੰ ਬਣਾ ਰਹੇ ਹਾਂ ਤਾਂ ਕਿ ਇੱਕ ਛੋਟਾ ਸੈਟਅਪ ਬਣਾਉਂਦੇ ਇਹ ਇੱਕ ਵੱਡੇ ਸਿਸਟਮ ਵਿੱਚ ਚਲਾ ਜਾਏ। ਤੇ ਜਿਹੜੀ ਜਿੱਥੋਂ ਅੱਲਾ ਨੇ ਰਿਜ਼ਕ ਦੇਣਾ, ਸਾਡੇ ਸਾਰਿਆਂ ਦਾ ਰਿਜ਼ਕ, ਜਿਹੜੀ ਤੰਗੀਆਂ ਨੇ ਨਾ ਮਾਲਕ, ਉਹ ਸਾਡੀਆਂ ਤੰਗੀਆਂ ਦੂਰ ਹੋ ਜਾਣਗੀਆਂ ਔਰ ਮਾਲਕ ਆਪਣੀ ਰਹਿਮਤ ਦੀ ਕਰਨਵਾਜ਼ੀ ਨਾਲ ਸਭ ਦੇ ਮਾਮਲਾਤ ਵੀ ਬਿਹਤਰ ਹੋ ਜਾਣਗੇ। ਕਿਉਂਕਿ ਜਦੋਂ ਇਹ ਅਨਾਜ ਜਾਏਗਾ ਨਾ, ਜਿੱਥੇ ਅਸੀਂ ਪੜਿਆ ਹੋਏਗਾ, ਅੱਲਾ ਦਾ ਨਾਮ ਲਿੱਤਾ ਹੋਏਗਾ, ਤੇ ਤੁਹਾਡੇ ਘਰ ਇਹ ਬਿਮਾਰੀ ਨਹੀਂ ਆਣੀ ਇਨਸ਼ਾਅੱਲਾ। ਬਿਮਾਰੀ ਇਸ ਕਰਕੇ ਆ ਰਹੀ ਹੈ ਕਿ ਅਸੀਂ ਤਾਂ ਉੱਥੇ ਗਾਣੇ ਲਾ ਕੇ ਟੇਪਾਂ ਲਾ ਕੇ ਤੇ ਜਨਾਬ ਨੂੰ ਚਲਾ ਰਹੇ ਹਾਂ, ਅੱਲਾ ਤੋਂ ਸਾਡੀ ਦੂਰੀ ਹੋ ਗਈ ਹੈ। ਰਿਜ਼ਕ ਤੁਹਾਡਾ ਇੰਜ ਵਧੇਗਾ, ਤੁਸੀਂ ਦੇਖੋ ਨਾ, ਜਦੋਂ ਤੁਹਾਡੀਆਂ ਫਸਲਾਂ ਤੇ ਰਿਜ਼ਕ ਵੱਧ ਗਿਆ ਤੇ ਸਮਝੋ ਰੱਬ ਰਾਜ਼ੀ ਹੋ ਗਿਆ। ਤੇ ਰੱਬ ਰਾਜ਼ੀ ਉਦੋਂ ਹੋਏਗਾ ਜਦੋਂ ਤੁਸੀਂ ਉੱਥੇ ਜ਼ੋਰ ਨਾਲ ਪੜੋਗੇ। ਨਮਾਜ਼ ਪੜ੍ਹਨਾ ਵੀ ਫਰਜ਼ ਹੈ ਤੇ ਅੱਲਾ ਦੇ ਦਿੱਤੇ ਹੋਏ ਰਿਜ਼ਕ ਦੀ ਸ਼ੁਕਰਗੁਜ਼ਾਰੀ ਕਰਨਾ ਵੀ ਫਰਜ਼ ਹੈ। ਉਹਦੀ ਸ਼ੁਕਰਗੁਜ਼ਾਰੀ ਨੇ ਕਰੇ ਕਿੰਨਾ ਤੁਹਾਨੂੰ ਖੁਸ਼ੀ, ਜਿਵੇਂ ਇਹਨੇ ਹੁਣ ਇੱਕ ਮਨ ਦਿੱਤਾ
जी ਵਧਿਆ ਤੇ ਦਿੱਤਾ, जी बिल्कुल। ਤੇ ਇਹਨੂੰ ਪੁੱਛੋ ਨਾ ਤੇਰਾ ਦਿਲ ਖੁਸ਼ ਹੈ, ਮੁਤਮਿਨ ਹੈ? ਮੇਰਾ ਦਿਲ ਵੀ ਖੁਸ਼ ਹੈ ਤੇ ਮੁਤਮਿਨ ਵੀ। ਦੇਖੋ, ਤੇ ਅਗਰ ਇਹਨੂੰ ਘਾਟਾ ਪੈਂਦਾ ਤੇ ਇਹ ਵਿਚਾਰੇ ਨੇ ਕਿੱਥੋਂ ਦੇ ਪਾਣਾ ਸੀ? ਫਿਰ 200-300 ਰੁਪਇਆ ਰੇਟ ਵੀ ਮਾਰਕੀਟ ਜ਼ਿਆਦਾ ਮਿਲਿਆ ਕਿਉਂਕਿ ਅਨਾਜ ਅੱਛੀ ਕੁਆਲਿਟੀ ਦਾ ਸੀ। ਤੇ ਮਾਲਕ ਵਾਲੇ ਪਾਸੇ ਆ ਜਾਓ, ਤੁਹਾਡੀ ਮਿਹਰਬਾਨੀ ਹੈ, ਬਸ ਇਹੀ ਮੇਰੀ ਰਿਕੁਐਸਟ। ਦੂਸਰਾ ਹੁਣ ਖੜੇ ਹੋ ਕੇ ਅਸੀਂ ਇੱਕ ਨਾਰਾ ਅੱਲਾਹੁ ਅਕਬਰ, ਉਸ ਤੋਂ ਬਾਅਦ ਮੁਰਸ਼ਿਦ ਅਸੀਂ ਇਹ ਤੈਯ ਕਰਨਾ ਹੈ ਕਿ ਅਸੀਂ ਇਨਸ਼ਾਅੱਲਾ ਆਪਣੇ ਹਰ ਜ਼ਰੂਰਤਮੰਦ ਨੂੰ ਨਾਲ ਲੈ ਕੇ ਚੱਲਣਾ ਹੈ, ਤੇ ਸੈਯਦ ਬਾਬਰ ਬੁਖਾਰੀ ਸਾਹਿਬ ਜਿਸ ਤਰ੍ਹਾਂ ਸਾਨੂੰ ਹੁਕਮ ਕਰਨਗੇ ਅਸੀਂ ਅੱਲਾਹ ਦਾ ਨੌਕਰ ਬਣ ਕੇ ਅਸੀਂ ਇਸ ਪਿੰਡ ਦੀ ਮਿਸਾਲ ਪੂਰੀ ਦੁਨੀਆ 'ਚ ਦਿਖਾਣੀ ਹੈ ਕਿ ਵਾਕਈ ਹੀ ਇੱਕ ਸੈਯਦ ਦੇ ਲੜ ਲੱਗ ਕੇ ਇਹਨਾਂ ਲੋਕਾਂ ਨੇ ਅੱਲਾਹ ਦਾ ਨੌਕਰ ਬਣ ਕੇ ਦਿਖਾਇਆ। अल्लाहु अकबर, अल्लाहु अकबर, अल्लाहु अकबर, अल्लाह दे नौकर, अल्लाह दे नौकर, अल्लाह दे नौकर, अल्लाह दे नौकर, अल्लाहु अकबर, अल्लाहु अकबर। देखो असी तमाम किसान दोस्त अज वादा करने हैं कि सैयद बाबर बुखारी साहब ने साडे कोल इत्थे आके जो इनकलाब लैके आए ने जरूरतमंद लोगों वास्ते और किसानों वास्ते, असी सारे किसान वादा करने हैं कि इंशाल्लाह साडी फसल जदों वधेगी, जिस तरह सैयद बुखारी साहब ने 30 नवंबर नूं इत्थे चावल की फसल गरीब जरूरतमंद लोगों 'च तकसीम कीती है, इसे तरह असी अज वादा करने कि इंशाल्लाह गंदम की फसल दे विच जिस तरह सैयद बाबर बुखारी साहब ने चावल तकसीम किया है, असी इंशाल्लाह अपनी गंदम की फसल अल्लाह के हुक्म नाल इन्हां दे नाल खड़े होवांगे और असी जिन्नी कि साडी अपना औकात है, जिन्ना रिज़्क अल्लाह दी ज़ात साडी वधाएगा, असी इंशाल्लाह वो सैयद बाबर बुखारी साहब दे नाल इत्थे असी भी तकसीम करांगे इंशाअल्लाह। और जो किसानों वास्ते सैयद बाबर बुखारी साहब ने इस पिंड दे इर्द गिर्द काफी जगह ते कीता है, अल्लाह दे हुक्म नाल कोई नहीं करेगा। देखो इन्होंने अपनी प्रोडक्ट दी, एदा जो रेट सी पहले सी कि ए अगर रिजल्ट आए तो पैसे दे देना, हुण अज इन्होंने कह दिता कि अगर तुसी अपना रिजल्ट जो आए सिर्फ उस वधे चो जरूरतमंद लोगों नूं तुसी ही नाल रल के तकसीम करना है, जिस तरह चावल सैयद बाबर बुखारी साहब ने कीते ने, ते हुण ते तुहानूं इहदा डर भी खत्म हो गया। हुण ते सारे वादा करदे हो कि जदों साडी फसल वधेगी ਅਸੀਂ ਇੱਥੇ ਜ਼ਰੂਰਤਮੰਦਾਂ ਨੂੰ ਦਿਆਂਗੇ, ਜ਼ਰੂਰਤਮੰਦਾਂ ਨੂੰ ਅਸੀਂ ਦਿਆਂਗੇ। ਬਾਕੀ ਜੋ ਬੁਖਾਰੀ ਸਾਹਿਬ ਨੇ ਖਾਦ ਦਿੱਤੀ ਹੈ, ਇਹ ਖਾਦ ਅਸੀਂ ਇਹਦੇ ਪੈਸੇ ਰਿਟਰਨ ਕਰਾਂਗੇ। ਆਪਣੀ ਜੋ ਪ੍ਰੋਡਕਟ ਹੈ ਇਹ ਵੀ ਤੁਹਾਨੂੰ ਅੱਜ ਉਹਨਾਂ ਨੇ ਛੱਡਤੀ ਹੈ, ਤੁਹਾਨੂੰ ਪਤਾ ਹੈ ਇਹਦੀ ਜੋ ਕੀਮਤ ਹੈ ਸਭ ਨੂੰ ਪਤਾ ਹੈ, ਤੇ ਇਸ ਤੋਂ ਜ਼ਿਆਦਾ ਹੋਰ ਅਸੀਂ ਕੀ ਲੈਣਾ ਸੀ ਬੁਖਾਰੀ ਸਾਹਿਬ ਕੋਲ। ਮੁਰਸ਼ਿਦ ਜੀ ਅਸੀਂ ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ, ਅੱਲਾਹ ਦੀ ਜ਼ਾਤ ਤੁਹਾਨੂੰ ता क्यामत तक इन्हां अपना किसानां दे नाल जोड़े रखे। अल्लाह दी ज़ात तुहानूं सेहत तंदुरुस्ती वाली लंबी जिंदगी अता करे। तुसी जो इन्हां किसानां दा सोचा है, जो इत्थों दे जरूरतमंद लोगों के बारे सोचा है, इस तो पहले किसी नहीं सोचा। अल्लाह ताला दी ज़ात ने एक मसीहा बना के तुहानूं साडे कोल भेजा, और माशाअल्लाह तुसी हसनी हुसैनी सैयद हो। मुर्शिद जी साडियां किसानां दी दुआवां, इत्थों दे जरूरतमंद लोगों दी दुआवां तुहाडे नाल ने। इंशाअल्लाह अल्लाह दी ज़ात तुहानूं सदा सलामत रखे, अल्लाह दी ज़ात तुहानूं सेहत तंदुरुस्ती वाली लंबी जिंदगी दे, और तुहानूं भी ਇਹਦੀ ਨਸੀਹਤ ਵੱਲ ਮੁਸਤਕੀਮ ਤੇ ਚੱਲਣ ਦੀ ਤੌਫੀਕ ਦੇ इंशाअल्लाह। ਤੁਸੀਂ आमीन ਤੁਸੀਂ ਅੱਲਾਹ ਦੀ ਰੱਸੀ ਨੂੰ ਮਜ਼ਬੂਤੀ ਨਾਲ ਫੜ ਕੇ ਤੇ ਅਗਲੀ ਦਫਾ ਖੁਸ਼ੀ ਦੇ ਨਾਲ जी। ਇੱਥੇ ਸਾਰੇ ਆਪਣੇ ਆਪਣਾ ਹਿੱਸਾ ਲੈ ਕੇ ਆ ਰਹੇ ਹੋਣ ਤਾਂ ਕਿ ਜ਼ਰੂਰਤਮੰਦਾਂ ਦਿੱਤਾ ਜਾਏ। ਤੇ ਠੀਕ ਹੈ ਨਾ ਜੀ? ਮੁਰਸ਼ਿਦ ਜੀ ਇੱਕ ਇਲਤਜਾ ਹੈ, ਜੀ। ਤੁਸੀਂ ਇੱਕ ਦਫਾ ਬਾਹਰ ਸਾਡੇ ਨਾਲ ਇੱਕ ਕਲਿੱਪ ਬਣਾ ਲਓ, ਹਾਂ ਜੀ। ਫਿਰ ਤੁਸੀਂ ਤਸ਼ਰੀਫ ਰੱਖ ਲਓ। ਪਹਿਲੇ ਨਾਲ ਤੁਸੀਂ ਕਹਿਣਾ ਜ਼ਿੰਦਾਬਾਦ, ਦੂਸਰੇ ਨਾਲ ਕਹਿਣਾ ਅੱਲਾਹੁ सिर्फ नारा अल्लाहु अकबर, बुखारी साहब सिर्फ अल्लाहु अकबर नहीं, सिर्फ अल्लाहु अकबर, अल्लाहु अकबर। मुर्शिद जी अपना नारा भी मांगे, तकबीर, अल्लाहु अकबर, नारे तकबीर, अल्लाहु अकबर। अल्लाह दे नौकर,